ਚਾਈਨਾ ਦੀਆਂ ਯੁੱਧ ਨੀਤੀਆਂ ਜਿਹੜੀਆਂ ਉਹ ਸਿਰਫ ਭਾਰਤ ਵਾਸਤੇ ਹੀ ਨਹੀਂ ਬਲਕਿ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਾਸਤੇ ਖਤਰਨਾਕ ਸਾਬਤ ਹੋ ਰਹੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਚਾਈਨਾ ਦੇ ਵੱਲੋਂ ਛੱਡੇ ਗਏ ਜਿਹੜੇ ਬੈਲੂਨ ਨੇ ਉਹ ਕਾਫੀ ਚਰਚਾ 'ਚ ਨੇ। ਸ਼ੁੱਕਰਵਾਰ ਨੂੰ ਵੀ ਅਮਰੀਕਾ ਨੇ ਇੱਕ ਅਜਿਹੀ ਹੀ ਕੋਈ ਜਿਹੜੀ ਫਲਾਈਂਗ ਜਿਹੜਾ ਸੀਗਾ ਕੋਈ ਆਬਜੈਕਟ ਸੀਗਾ ਫਲਾਈਂਗ ਆਸਮਾਨ ਤੇ ਉੱਡਦਾ ਹੋਇਆ ਉਹ ਸਿੱਟਿਆ ਸਮੁੰਦਰ ਦੇ ਵਿੱਚ। ਹਾਲਾਂਕਿ ਉਹਦਾ ਪੂਰਾ ਮਲਬਾ ਹਜੇ ਬਰਾਮਦ ਨਹੀਂ ਹੋਇਆ। ਅੱਜ ਅਸੀਂ ਇਸੇ ਮੁੱਦੇ ਨੂੰ ਅੱਜ ਦੇ ਮੁੱਦੇ 'ਚ ਸ਼ਾਮਲ ਕੀਤਾ ਹੈ ਤੇ ਮੇਰੇ ਨਾਲ ਅੱਜ ਵੀ ਚਰਚਾ ਕਰਨ ਲਈ ਮੇਰੇ ਸਹਿਯੋਗੀ ਤੇਜਿੰਦਰ ਸਿੰਘ ਅਟਵਾਲ ਮੇਰੇ ਨਾਲ ਨੇ। ਤੇਜਿੰਦਰ ਜੀ ਤੁਹਾਡਾ ਸਵਾਗਤ ਹੈ। ਤੇ ਅੱਜ ਆਪਾਂ ਇਹ ਮੁੱਦਾ ਬੜਾ ਭਖਿਆ ਹੋਇਆ ਇਸ ਵੇਲੇ ਕਿਉਂਕਿ ਚਾਈਨਾ ਅਜਿਹੀਆਂ ਹਰਕਤਾਂ ਕਰ ਰਿਹਾ ਜਿਹੜੀਆਂ ਯੁੱਧ ਦੇ ਦੌਰਾਨ ਤਕਰੀਬਨ ਇਸਤੇਮਾਲ ਦੇ ਵਿੱਚ ਆਉਂਦੀਆਂ ਸੀਗੀਆਂ। ਇਹ ਬੈਲੂਨ ਪਹਿਲਾਂ ਵੀ ਜਿਹੜਾ ਹੈਗਾ ਉਹ ਜਾਸੂਸੀ ਕਰਦਾ ਇੱਕ ਅਮਰੀਕਾ ਨੇ ਫੜਿਆ ਸੀਗਾ। 5 ਫਰਵਰੀ ਦੀ ਗੱਲ ਹੈ। ਤੇ ਇਸ ਤੋਂ ਪਹਿਲਾਂ 2021 ਦੇ ਵਿੱਚ ਭਾਰਤ ਦੇ ਵਿੱਚ ਅਜਿਹਾ ਇੱਕ ਬੈਲੂਨ ਜਿਹੜਾ ਹੈਗਾ ਅੰਡਮਾਨ ਨਿਕੋਬਾਰ ਦੇ ਕੋਲ ਜਿਹੜਾ ਹੈ ਉਹ ਦੇਖਿਆ ਗਿਆ ਸੀਗਾ, ਜਿਹੜੀ ਇਨਫੋਰਮੇਸ਼ਨ ਵੀ ਅਮਰੀਕਾ ਨੇ ਹੀ ਆਪਾਂ ਨੂੰ ਦਿੱਤੀ ਸੀਗੀ। ਤੇ ਇਹ ਚਾਈਨਾ ਦਾ ਐਕਚੁਅਲ ਮਕਸਦ ਕੀ ਹੋ ਸਕਦਾ ਹੈ? ਦੇਖੋ ਜੀ, ਇਸ ਲਈ ਅਗਰ ਅਸੀਂ ਧਿਆਨ ਦੇਣ ਵਾਲੀ ਗੱਲ ਹੈਗੀ ਕਿ ਚਾਈਨਾ ਨੂੰ ਇੱਦਾਂ ਦੀ ਕਰਨ ਦੀ ਕਿਉਂ ਲੋੜ ਪੈ ਗਈ ਹੈ। ਇਸ ਲਈ ਅਮਰੀਕਾ ਨੇ ਚਾਈਨਾ ਤੇ ਪਾਬੰਦੀਆਂ ਲਾਈ ਹੋਈਆਂ। ਉਹਦੇ ਕਿਸੇ ਵੀ ਕੰਟਰੀ ਨਾਲ ਕੋਈ ਇੰਨੇ ਵਧੀਆ ਰਿਲੇਸ਼ਨ ਨਹੀਂ ਹੈ, ਸਾਰੇ ਪਾਸੇ ਉਹ ਬਾਈਕਾਟ ਹੈਗਾ। ਤੋ ਆਪਣੇ ਆਪ ਨੂੰ ਇੱਕ ਖਤਰਾ ਜਾਂ ਡਰ ਮਹਿਸੂਸ ਕਰ ਰਿਹਾ ਕਿ ਮੇਰੇ ਤੇ ਕੋਈ ਹਮਲਾ ਨਾ ਕਰ ਦੇ। ਇਸ ਤੋਂ ਪਹਿਲਾਂ ਉਹ ਮੇਰੇ ਤੇ ਹਮਲਾ ਕਰਨ, ਮੈਂ ਲੋਕਾਂ ਦੀ ਇਨਫੋਰਮੇਸ਼ਨ ਸਾਰੀ ਇਕੱਠੀ ਕਰਕੇ ਰੱਖਾਂ ਤਾਂ ਮੈਨੂੰ ਅਗਰ ਕੋਈ ਇੱਦਾਂ ਦਾ ਅਟੈਕ ਜਾਂ ਕੁਝ ਵੀ ਹੁੰਦਾ ਤਾਂ ਮੈਂ ਇੱਦਾਂ ਦਾ ਡਿਫੈਂਸ ਸਿਸਟਮ ਆਪਣਾ ਤਿਆਰ ਕਰ ਲਾਂ ਕਿ ਮੈਂ ਉਹਨੂੰ ਜੇ ਬਰਬਾਦ ਕਰਨਾ, ਤਬਾਹ ਕਰਨਾ। ਤਾਂ ਉਹ ਦੂਜੇ ਪਾਸੇ ਹੁਣ ਤੁਰਿਆ ਹੋਇਆ, ਕਿਉਂਕਿ ਜਦੋਂ ਬੰਦਾ ਇਕੱਲਾ ਹੋ ਜਾਂਦਾ ਤਾਂ ਉਹ ਇਨਸਿਕਿਉਰ ਵੀ ਹੁੰਦਾ ਤਾਂ ਉਹ ਦਿਮਾਗ ਉਹਦਾ ਬਹੁਤ ਪੁੱਠੇ ਪਾਸੇ ਤੁਰਨਾ ਸ਼ੁਰੂ ਹੋ ਜਾਂਦਾ। ਹੁਣ ਤੁਸੀਂ ਦੇਖੋ, ਚਾਈਨਾ ਨਾਲ ਕੋਈ ਇੱਦਾਂ ਦੀ ਕੰਟਰੀ ਸਟੈਂਡ ਖੜੀ ਨਹੀਂ ਹੈਗੀ। ਪਾਕਿਸਤਾਨ ਹੈ ਉਹ ਬਰਬਾਦ ਹੋ ਚੁੱਕੀ ਹੈ। ਆਲੇ ਦੁਆਲੇ ਤਾਈਵਾਨ, ਕੋਰੀਆ, ਇਹ ਉਹ ਰਸ਼ੀਆ ਆਪਣਾ ਅਲੱਗ ਯੁੱਧ ਲੜਦਾ ਪਿਆ ਹੈਗਾ। ਤਾਂ ਬਾਕੀ ਦਾ ਮਾਹੌਲ ਜਿਹੜੇ ਬੱਚੇ ਪਾਵਰਫੁਲ ਨੇਸ਼ਨ ਹੈ, ਇੰਡੀਆ ਉਹਦੇ ਅਗੇਂਸਟ ਹੈ, ਅਮਰੀਕਾ ਉਹਦੇ ਅਗੇਂਸਟ ਹੈ, ਫਰਾਂਸ, ਜਿਹੜੇ ਜਿੰਨੇ ਵੀ ਬੜੇ ਕੰਟਰੀਜ਼ ਹੈ, ਤਾਂ ਉਹ ਚਾਈਨਾ ਇਸ ਲਈ ਇਕੱਲੇ ਸਟੈਂਡ ਕਰ ਰਿਹਾ। ਤਾਂ ਉਹਦੇ ਨਾਲ ਕੋਈ ਸਪੋਰਟਿੰਗ ਵਿੱਚ ਨਹੀਂ ਹੈਗਾ। ਔਰ ਉਹਦੇ ਜੇ ਐਟੀਟਿਊਡ ਜਾਂ ਕੰਮ ਕਰਨ ਦੇ ਤਰੀਕੇ ਵੀ ਇੱਦਾਂ ਦੇ ਹੀ ਹੈਗੇ ਕਿ ਉਹ ਆਪਣੇ ਆਪ ਨੂੰ ਇੱਦਾਂ ਮਹਿਸੂਸ ਨਹੀਂ ਕਰ ਰਿਹਾ। ਇਸ ਕਰਕੇ ਉਹ ਇੱਦਾਂ ਦੇ ਕੁਝ ਐਕਟੀਵਿਟੀਜ਼ ਕਰ ਰਿਹਾ ਹੈਗਾ। ਤਾਂ ਇਹ ਅਸੀਂ ਇਸ ਮੁੱਦੇ ਤੇ ਕਾਫੀ ਦਿਨਾਂ ਤੇ ਸਾਡੀ ਨਜ਼ਰ ਵੀ ਸੀਗੀ। ਤਾਂ ਇਹ ਰੀਸੈਂਟਲੀ ਜਿਹੜਾ ਪਿਛਲੇ ਹਫਤੇ ਦੇ ਅੰਦਰ 2-4 ਐਕਟੀਵਿਟੀਆਂ ਇੱਦਾਂ ਦੀ ਹੋ ਗਿਆ ਕਿ ਇਹ ਅੱਜ ਮੁੱਦਾ ਇੰਨਾ ਗਰਮ ਹੋ ਗਿਆ ਕਿ ਸਾਨੂੰ ਅੱਜ ਚੱਕਣਾ ਪਿਆ। ਇੱਥੇ ਹੀ ਆਪਾਂ ਗੱਲ ਕਰਾਂਗੇ ਅੱਜ। ਅਮਰੀਕਾ ਨੇ ਅਜਿਹਾ ਹੀ ਆਬਜੈਕਟ ਦੇਖਿਆ ਅਸਮਾਨ ਦੇ ਵਿੱਚ ਜਿਹੜਾ, ਔਰ ਇਮੀਡੀਏਟਲੀ ਜਿਹੜਾ ਰਾਸ਼ਟਰਪਤੀ ਸੀਗੀ ਜੋ ਬਾਈਡਨ, ਉਹਨਾਂ ਨੇ ਕਿਹਾ ਕਿ ਸ਼ੂਟ ਕਰ ਦਿਓ, ਉਹਨੂੰ ਸਿੱਟ ਦਿਓ। ਤੇ ਨਾਲ ਹੀ ਜਿਹੜਾ ਉਹਨਾਂ ਦਾ F-22 ਰੈਪਟਰ ਹੈਗਾ ਜਿਹੜਾ, ਉਸ ਨੂੰ ਮਿਜ਼ਾਈਲ ਛੱਡੀ ਇੱਕ, ਤੇ ਮਿਜ਼ਾਈਲ ਛੱਡ ਕੇ ਤਾਂ ਉਸ ਨੂੰ ਮਾਰ ਗਿਰਾਇਆ ਗਿਆ ਸਮੁੰਦਰ ਦੇ ਵਿੱਚ। ਤਾਂ ਜਿਹੜੀ ਇਹ ਮਿਸਾਈਲ ਛੱਡੀ ਹੈ, ਇਹਦੇ ਨਾਲ ਦੀ ਮੈਂ ਇੱਕ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗਾ। ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਅਮਰੀਕਾ ਨੇ ਜਿਹੜੀ ਮਿਸਾਈਲ ਛੱਡੀ ਉਹਦੀ ਕਾਸਟ ਕੀ ਹੈਗੀ ਆ। 10 ਕਰੋੜ ਦੀ ਮਿਸਾਈਲ ਆ। ਮਤਲਬ ਉਹ ਆਬਜੈਕਟ ਨੂੰ ਬਰਬਾਦ ਕਰਨ ਲਈ ਅਮਰੀਕਾ ਨੇ 10 ਕਰੋੜ ਦੀ ਆਪਣੀ ਮਿਸਾਈਲ ਉੱਥੇ ਲਾਂਚ ਕੀਤੀ ਸੀ। ਤਾਂ ਉਹ ਸਮਝ ਲਓ ਕਿ ਉਹਨਾਂ ਨੂੰ ਕਿੰਨਾ ਖਰਚਾ ਕਰਨਾ ਪਿਆ ਉਸ ਚੀਜ਼ ਨੂੰ। ਔਰ ਜਿਹੜਾ ਇਹ ਇਹਨਾਂ ਦੀ ਆਬਜੈਕਟ ਜਿਹੜੇ ਹਾਲੇ ਇਹਨਾਂ ਨੂੰ ਪਤਾ ਨਹੀਂ ਹੈ ਕਿਹੜਾ ਸੀਗਾ, ਉਹਦੀ ਜਿਹੜੀ ਉਚਾਈ ਸੀ ਉਹ 40,000 ਫਿਟ ਤੇ ਮੋਸਟਲੀ ਉੱਡ ਰਿਹਾ ਸੀ। ਅਗਰ ਇਹ ਹਾਈਟ ਦੀ ਅਸੀਂ ਗੱਲ ਕਰੀਏ ਤਾਂ ਇਹ ਜਿਹੜੀ 40,000 ਫਿਟ ਤੇ ਮੋਸਟਲੀ ਜਹਾਜ਼ ਉੱਡਦੇ ਹੁੰਦੇ ਆ ਜਿਹੜੇ ਫਲਾਈਂਗ ਹੈਗੇ ਆ। ਜਿਹੜੇ ਜੈਟ ਸਪੇਸ ਹੈਗੇ ਆ, ਫਾਈਟਰ ਜੈਟ ਹੈਗੇ, ਉਹ 60-65 ਦੀ ਉਚਾਈ 60-65 ਤੇ ਉੱਡਦੇ ਹੈਗੇ। ਤੇ ਇਹ 40 ਤੇ ਉੱਡ ਰਹੇ ਸੀ। ਤਾਂ ਇਹਦੀ ਸਪੀਡ ਦੱਸ ਰਹੇ ਸੀ 64 ਕਿਲੋਮੀਟਰ ਦੇ ਹਿਸਾਬ ਨਾਲ। ਔਰ ਦੂਜੀ ਗੱਲ ਹੈ ਕਿ ਇਹ ਜਿਹੜੇ ਫਲਾਈਂਗ ਆਬਜੈਕਟ ਹੈ ਇਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ, ਹਜ਼ਾਰ ਕਿਲੋ ਦੇ ਉੱਤੇ ਦੇ ਇਹਨਾਂ ਦਾ ਵਜ਼ਨ ਹੁੰਦਾ ਹੈਗਾ। ਤਾਂ ਇਹਨਾਂ ਨੂੰ ਆਪਣੇ ਸਿਟੀ ਏਰੀਆ ਤੇ ਤੁਸੀਂ ਡਿਸਟਰੋਏ ਨਹੀਂ ਕਰ ਸਕਦੇ। ਇਸ ਕਰਕੇ ਇੰਤਜ਼ਾਰ ਕਰਨਾ ਪੈਂਦਾ ਜਦੋਂ ਇਹ ਸਮੁੰਦਰ ਦੇ ਉੱਤੇ ਟਰੈਵਲ ਕਰ ਰਹੇ ਜਾਂ ਉਸ ਲਈ ਅਗਰ ਇਹਨਾਂ ਨੂੰ ਡਿਸਟਰੋਏ। ਬਟ ਗੱਲ ਇਹ 'ਚ ਇੱਕ ਇਹ ਵੀ ਹੈਗਾ ਕਿ ਉਹ ਜੇ ਆਬਜੈਕਟ ਉੱਡ ਰਿਹਾ ਸੀਗਾ ਕਾਫੀ ਦੂਰੋਂ ਆਇਆ ਸੀ। ਹੁਣ ਜਿੱਦਾਂ ਕਹਿੰਦੇ ਹਾਲੇ ਤੱਕ ਉਹਦੀ ਕੋਈ ਤਸਵੀਰਾਂ ਨਹੀਂ ਆਈਆਂ। ਜੇ ਤੁਸੀਂ ਉਹ ਡਿਸਟਰੋਏ ਕਰਤਾ ਤਾਂ ਤੁਸੀਂ ਇਨਵੈਸਟੀਗੇਸ਼ਨ ਕਿੱਦਾਂ ਕਰੋਗੇ ਕਿ ਉਹ ਆਬਜੈਕਟ ਕੀ ਸੀਗਾ, ਕਿੱਦਾਂ ਸੀ। ਤਾਂ ਮੇਰੇ ਹਿਸਾਬ ਨਾਲ ਜੇ ਅਮਰੀਕਾ ਨੇ ਕੋਈ ਇੱਦਾਂ ਦਾ ਐਕਸ਼ਨ ਲੈਣਾ ਸੀਗਾ ਤਾਂ ਉਹ ਪਹਿਲਾਂ ਉਸ ਆਬਜੈਕਟ ਦੀ ਫੋਟੋਆਂ ਖਿੱਚ ਲੈਂਦੇ। ਕਿੰਨਾ ਟਾਈਮ ਲੱਗਣਾ ਸੀ, ਕਿਉਂਕਿ ਆਬਜੈਕਟ ਤਾਂ ਕੋਈ ਅਟੈਕ ਤਾਂ ਕਰ ਨਹੀਂ ਰਿਹਾ ਸੀ। ਆਲਰੇਡੀ ਉਹ ਟਰੈਵਲ ਹੋ ਕੇ ਇੱਕ ਪਾਸੇ ਤੋਂ ਜਾ ਰਿਹਾ ਸੀਗਾ। ਉਹਦੇ ਉੱਤੇ ਅਟੈਕਿੰਗ ਵਾਲਾ ਹਾਲੇ ਕੋਈ ਸਿਸਟਮ ਨਹੀਂ ਹੈ। ਬਾਕੀ ਜਿਹੜੀ ਇਹਨਾਂ ਦੀ ਰਿਪੋਰਟ ਵੀ ਹਾਲੇ ਆ ਰਹੀ ਹੈ ਕਿ ਜੋ ਇਹਨਾਂ ਨੇ ਉੱਤੇ ਅਟੈਕ ਕੀਤਾ ਉਹ ਡਿਸਟਰੋਏ ਹੋ ਕੇ ਸਮੁੰਦਰ ਵਿੱਚ ਡਿੱਗ ਗਿਆ। ਉਹਦਾ ਮਲਬਾ ਉੱਥੇ ਹੈਗਾ। तो ਮਲਬਾ ਹਲੇ ਇਕੱਠਾ ਕਰ ਰਹੇ। ਹੋਰ ਜੋ ਪ੍ਰੀਲਿਮਿਨਰੀ ਆਪਾਂ ਕਹਿ ਰਹੇ ਕਿ ਸ਼ੁਰੂ ਦੀ ਜਾਣਕਾਰੀ ਆ ਰਹੀ ਹੈ ਕਿ ਉਹਦੇ 'ਚ ਇੱਦਾਂ ਦਾ ਕੋਈ ਚੀਜ਼ਾਂ ਨਹੀਂ ਮਿਲੀਆਂ। ਤਾਂ ਮੇਰੇ ਹਿਸਾਬ ਨਾਲ ਜੇ ਇੱਦਾਂ ਦਾ ਕੋਈ ਹਮਲਾ ਵੀ ਕਰਨਾ ਸੀ ਤਾਂ ਪਹਿਲਾਂ ਉਹਦੀ ਤੁਸੀਂ ਫੋਟੋਗ੍ਰਾਫਸ ਜਾਂ ਕੁਝ
ਸਨੈਪਸ ਲੈ ਲੈਂਦੇ। ਜੇ ਤੁਹਾਨੂੰ ਲੱਗ ਰਿਹਾ ਕਿ ਉਹ ਇੰਨਾ ਖਤਰਨਾਕ ਨਹੀਂ, ਉਹ 'ਚ ਕੋਈ ਵੈਪਨ ਨਹੀਂ ਹੈਗਾ, ਤਾਂ ਉਹਨੂੰ ਤੁਸੀਂ ਘੇਰ ਕੇ ਵੀ, ਜਿੱਦਾਂ ਆਪਾਂ ਦੇਖੀਦਾ ਹੈਗਾ ਕਿ ਕੋਈ ਅਗਰ ਤੁਹਾਡੀ ਟੈਰੀਟਰੀ 'ਚ ਆ ਜਾਂਦਾ ਹੈਗਾ, ਤੁਸੀਂ ਉਹਨੂੰ ਵਾਰਨਿੰਗ ਦਿੰਦੇ ਹੈਗੇ ਕਿ ਤੁਸੀਂ ਇਹਨੂੰ ਆਪਣਾ ਸਾਈਡ ਕਰ ਲਓ। ਜੇ ਉਹ 'ਚ ਕੋਈ ਡਰਾਈਵਰ ਨਹੀਂ, ਉਹ ਇੱਦਾਂ ਹੀ ਚੱਲ ਰਿਹਾ, ਤਾਂ ਤੁਸੀਂ ਉਹਨੂੰ ਫੜ ਕੇ ਵੀ ਡਰॉ ਕਰ ਸਕਦੇ ਸੀ। ਤੇ ਕਈ ਸਵਾਲ ਇੱਦਾਂ ਦੇ ਹੈਗੇ ਜਿਹੜੇ ਇਹ ਹਰ ਇੱਕ ਕੰਟਰੀ ਵਿੱਚ ਦੂਸਰੀ ਕੰਟਰੀ ਨੂੰ, ਜਦੋਂ ਹੁਣ ਅਗਰ ਤੁਸੀਂ ਚਾਈਨਾ ਦੀ ਗੱਲ ਕਰੋਗੇ ਤਾਂ ਉਹਨਾਂ ਨੇ ਕਿਹਾ ਇਹ ਸਾਡੇ ਨਾਲ ਇਹਨਾਂ ਨੇ ਕੋਈ ਵਾਰਤਾ ਨਹੀਂ ਕੀਤੀ ਹੈਗੀ ਆ, ਸਾਨੂੰ ਦੱਸਿਆ ਨਹੀਂ ਹੈਗਾ, ਉਹਦੇ ਅੰਦਰ ਆਲਰੇਡੀ ਕਈ ਚੀਜ਼ਾਂ ਸਿਸਟਮ ਸੀਗੇ। ਤਾਂ ਇਹ ਗੱਲਾਂ ਕਾਫੀ ਹੋ ਰਹੀਆਂ ਨਹੀਂ, ਪਰ ਚਾਈਨਾ ਜਿਹੜਾ ਹੈ ਨਾ, ਚਾਈਨਾ ਨੇ ਪਹਿਲਾਂ ਵੀ ਇਦਾਂ ਦੀ ਹਰਕਤਾਂ ਕੀਤੀਆਂ ਵਾ। ਅਮਰੀਕਾ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਜਸੂਸੀ ਗੁਬਾਰਾ ਛੱਡਿਆ ਹੋਇਆ ਸੀਗਾ, ਜਿਸ ਨੂੰ ਬਕਾਇਦਾ ਇਹ ਸਾਬਿਤ ਹੋ ਗਿਆ ਸੀਗਾ, ਲੇਕਿਨ ਚਾਈਨਾ ਮੁੱਕਰ ਗਿਆ ਕਿ ਮੌਸਮ ਦੇਖੋ ਮੁਕਰਨ ਦੀ ਗੱਲ ਤੇ ਮੈਂ ਤੁਹਾਡੇ ਆਂਦਾ ਹੈਗਾ, ਮੁਕਰੇ ਤਾਂ ਹੈਗੇ ਕਿਉਂਕਿ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ। ਜੇ ਤੁਸੀਂ ਉਹਨਾਂ ਦਾ ਗੁਬਾਰਾ ਜੇ ਉੱਡ ਰਿਹਾ ਸੀ, ਉਹਦੇ ਅੰਦਰ ਕੋਈ ਵੈਪਨ ਸੀ, ਕੁਛ ਨਹੀਂ ਸੀਗਾ, ਤਾਂ ਉਹ ਤੁਸੀਂ ਉਹਨੂੰ ਟੀਮ ਆਪਣੀ ਇੱਕ ਲਗਾ ਕੇ ਉਹਨੂੰ ਥੱਲੇ ਵੀ ਉਤਾਰ ਸਕਦੇ ਸੀ। ਗੁਬਾਰੇ ਨੂੰ ਜੇ ਹਵਾ ਕੱਢ ਦੋ ਤਾਂ ਤੁਸੀਂ ਉਹਨੂੰ ਦੋ ਤੁਹਾਡੇ ਕੋਈ ਬੰਦੇ ਜਾਂ ਹੈਲੀਕਾਪਟਰ ਜਾਂ ਕੁਝ ਵੀ ਜਹਾਜ਼ ਤੁਹਾਡੇ ਕੋਲ ਇਦਾਂ ਦੇ ਹੈਗੇ ਆ, ਤੁਸੀਂ ਉਹਦੇ ਨਾਲ ਉਸ ਗੁਬਾਰੇ ਨੂੰ ਨੀਚੇ ਲੈ ਕੇ ਆਂਦੇ, ਉਹਨੂੰ ਪ੍ਰੋਪਰ ਦੇਖਦੇ ਹੋ ਚ ਕਿਹੜੇ ਡਿਵਾਈਸ ਲੱਗੇ ਆ। ਮੋਸਟਲੀ ਜਿਹੜੇ ਗੁਬਾਰੇ ਹੁੰਦੇ ਉਹਨਾਂ ਦੇ ਅੰਦਰ ਸੀਕ੍ਰੇਟ ਕੈਮਰੇ ਸਾਰੇ ਕੁਝ ਤੇ, ਬਟ ਜਦੋਂ ਤੁਸੀਂ ਇੱਕ ਵਾਰ ਡਿਸਟਰੋਏ ਕਰ ਦੋਗੇ ਤੁਹਾਡੇ ਕੋਲ ਐਵੀਡੈਂਸ ਤਾਂ ਰਹਿ ਹੀ ਨਹੀਂ ਜਾਣਾ, ਨਾ ਤੁਸੀਂ ਉਹਨੂੰ ਪ੍ਰੂਵ ਕਰ ਸਕਦੇ ਹੋ ਕਿੱਥੇ ਦੀ ਟੈਕਨੋਲੋਜੀ ਸੀ, ਕਿਹੜਾ ਕੈਮਰਾ ਯੂਜ਼ ਹੋਇਆ, ਉਹ ਤਾਂ ਸਾਰਾ ਸਮੁੰਦਰ ਡਿੱਗੇ। ਹੁਣ ਤੁਸੀਂ ਉਹ ਚ ਕਿਹੜੇ ਪਾਰਟ ਕੱਢ ਕੇ ਕਰੋਗੇ, ਤਾਂ ਮੈਨੂੰ ਲੱਗਦਾ ਇਹ ਥੋੜੀ ਜਿਹੀ ਇਹਨਾਂ ਨੇ ਜਲਦਬਾਜ਼ੀ ਕੀਤੀ, ਉਸ ਚੀਜ਼ ਨੂੰ ਇਹ ਕੰਟਰੋਲ ਕਰਕੇ ਗਰਾਊਂਡ ਤੇ ਉਤਾਰ ਕੇ ਪ੍ਰੋਪਰ, ਕਿਉਂਕਿ ਦੇਖੋ ਜਿਹੜੇ ਇਹਨਾਂ ਨੇ 2 ਜਨਵਰੀ ਨੂੰ ਗੁਬਾਰਾ ਦੱਸ ਰਹੇ ਸੀ ਇਹਨਾਂ ਦੇ ਅਮਰੀਕਾ ਵਿੱਚ ਆਇਆ ਹੈਗਾ, ਤਾਂ 3 ਦਿਨ ਦੇ ਬਾਅਦ ਇਹਨਾਂ ਨੇ ਉਸ ਚੀਜ਼ ਤੇ ਐਕਸ਼ਨ ਲਿਆ, ਤਾਂ 3 ਦਿਨ ਤੱਕ ਜੇ ਗੁਬਾਰਾ ਉੱਡਦਾ ਰਿਹਾ, ਉਹਨ ਕਿਤੇ ਹਮਲਾ ਕੀਤਾ, ਕੋਈ ਵੈਪਨ ਸਿੱਟਿਆ ਨਹੀਂ ਸਿੱਟਿਆ, ਉਹ ਫਲਾਈਂਗ ਕਰ ਰਿਹਾ ਸੀਗਾ, ਤਾਂ ਉਸ ਚੀਜ਼ ਨੂੰ ਨਾਰਮਲ ਵੀ ਉਤਾਰ ਕੇ ਉੱਤੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਸੀ। ਬਟ ਇਹਨਾਂ ਨੇ ਇੱਕ ਐਕਸ਼ਨ ਲਿਆ, ਪ੍ਰੈਜ਼ੀਡੈਂਟ ਨੇ ਮਿਸਾਈਲ ਚਲਾ ਕੇ ਉਹ ਡਿਸਟਰੋਏ ਕਰਤਾ ਹੈਗਾ, ਉਹਦੇ ਬਾਅਦ ਵਾਹਵਾਹੀ ਲਈ ਆ, ਉਹ ਠੀਕ ਹੈ। ਬਟ ਜੇ ਇੱਦਾਂ ਦੀ ਕੋਈ ਚੀਜ਼ਾਂ ਜਿਹੜੀ ਇੰਨੀ ਖਤਰਨਾਕ ਨਹੀਂ ਹੈਗੀ, ਜੇ ਤੁਹਾਨੂੰ ਲੱਗਦਾ ਕਿ ਸਪਾਈ ਯੂਜ਼ ਕਰ ਰਿਹਾ, ਤਾਂ ਤੁਸੀਂ ਉਹਨਾਂ ਨੂੰ ਕੰਟਰੋਲ ਕਰਕੇ ਵੀ ਲੈ ਕੇ ਆ ਸਕਦੇ ਹੈਗੇ। ਇੰਨੀ ਕੋਈ ਵੱਡਾ ਇਸ਼ੂ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਸੀਗਾ। ਚਲੋ ਹੋ ਸਕਦਾ ਕਿਉਂਕਿ ਟੈਕਨੋਲੋਜੀ ਇੱਦਾਂ ਹੈਗੀ ਆ ਕਿ ਪਹਿਲੇ ਟਾਈਮ ਜਿਹੜੇ ਵਰਲਡ ਵਾਰ ਦੇ ਟਾਈਮ ਚੱਲਦਾ ਸੀਗਾ ਤਾਂ ਪਣਡੁੱਬੀਆਂ ਦਾ ਇਸਤੇਮਾਲ ਹੁੰਦਾ ਸੀ, ਸਮੁੰਦਰ ਦੇ ਅੰਦਰ ਜਸੂਸੀ ਕਰਦੇ ਹੁੰਦੇ ਸੀ। ਹੋਰ ਅੱਜ ਕੱਲ੍ਹ ਜੇ ਆਪਾਂ ਕਹੀਏ ਗੁਬਾਰਾ ਟੈਕਨੋਲੋਜੀ, ਜਿਹੜਾ ਬੈਲੂਨ ਅਸੀਂ ਕਿਉਂ ਯੂਜ਼ ਕਰ ਰਹੇ ਹਾਂ, ਇਹਦਾ ਸਾਰਿਆਂ ਨਾਲੋਂ ਬੜਾ ਰੀਜ਼ਨ ਇਹ ਹੈਗਾ ਕਿ ਇਹ ਰੇਂਜ ਵਿੱਚ ਹੀ ਨਹੀਂ ਆਉਂਦਾ ਹੈਗਾ। ਕਿਉਂਕਿ ਜੇ ਰਡਾਰ ਸਿਸਟਮ ਹੈ, ਜਿੱਥੇ ਜਹਾਜ਼ ਉੱਡਦੇ ਹੈਗੇ ਉਹ 40,000 ਫੀਟ ਤੇ ਉੱਡਦੇ ਆ, ਫਾਈਟਰ 65,000। ਜੇ ਤੁਸੀਂ ਆਸਮਾਨ 'ਚ ਵੀ ਦੇਖਣਾ ਸ਼ੁਰੂ ਕਰੋਗੇ ਤੁਹਾਨੂੰ ਫਾਈਟਰ ਜਹਾਜ਼ ਕਦੀ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਬਹੁਤ ਹਾਈਟ ਤੇ ਆ। ਤਾਂ 40,000 ਵਾਲੇ ਤੁਹਾਨੂੰ ਜਹਾਜ਼ ਕਦੀ ਨਜ਼ਰ ਆਉਂਦੇ ਆ। ਤਾਂ ਜਿਹੜੇ ਬੈਲੂਨ ਹੈਗੇ 80,000 ਤੋਂ 120,000 ਫੁੱਟ ਤੇ ਫਲਾਈਂਗ ਕਰਦੇ, ਤਾਂ ਉਹ ਤੁਹਾਨੂੰ ਕਦੀ ਨਜ਼ਰ ਹੀ ਨਹੀਂ ਆਉਣਗੇ। ਇਹਦੇ ਵਾਸਤੇ ਤੁਹਾਨੂੰ ਇੱਕ ਅਲੱਗ ਸੋਚ, ਅਲੱਗ ਟੈਕਨੋਲੋਜੀ, ਹੁਣ ਇਹ ਬਹੁਤ ਆਉਣ ਵਾਲਾ ਜਿਹੜਾ ਸਮਾਂ ਹੈਗਾ, ਜਿੱਦਾਂ ਕਹਿ ਰਹੇ ਕਿ ਜਿਹੜਾ ਪਹਿਲਾਂ ਯੁੱਧ ਧਰਤੀ ਤੇ ਹੁੰਦਾ ਸੀ, ਇਹ ਹੁਣ ਆਸਮਾਨ 'ਚ ਹੋਣ ਵਾਲੇ ਇੱਦਾਂ ਦੇ ਇਹਨਾਂ ਨੇ ਮਾਹੌਲ ਕ੍ਰੀਏਟ ਕਰ ਦਿੱਤੇ ਹੈਗੇ ਆ। ਨਹੀਂ, ਪਰ ਜਿਹੜੀ ਇਹਨਾਂ ਨੇ ਅਮਰੀਕਾ ਨੇ ਇੱਕ ਕੰਮ ਤਾਂ ਕੀਤਾ ਨਾ ਪਹਿਲਾਂ, ਉਹਨੂੰ ਸ਼ੂਟ ਕਰਨ ਤੋਂ ਪਹਿਲਾਂ, ਕਿਉਂਕਿ ਦੇਖੋ ਜਦੋਂ ਰਾਸ਼ਟਰਪਤੀ ਅਮਰੀਕਾ ਇੱਕ ਸਭ ਤੋਂ ਸੁਪਰ ਪਾਵਰ ਕੰਟਰੀ ਹੈ, ਜ਼ਾਹਿਰ ਹੈ ਕਿ ਜੇ ਉਹਨਾਂ ਨੇ ਉਸ ਨੂੰ ਸ਼ੂਟ ਕੀਤਾ, ਉਸ ਨੂੰ ਸਮੁੰਦਰ ਦੇ ਵਿੱਚ ਸੁੱਟਿਆ, ਕੁਝ ਤਾਂ ਐਸਾ ਉਹਨਾਂ ਏਜੰਸੀਆਂ ਨੂੰ ਲੱਗਾ ਹੋਣਾ। ਕਿਉਂਕਿ ਜੇ ਰਾਸ਼ਟਰਪਤੀ ਖੁਦ, ਕਿਉਂਕਿ ਉਹਨਾਂ ਨੇ ਪੁਸ਼ਟੀ ਵੀ ਖੁਦ ਹੀ ਕੀਤੀ ਹੈ ਮੀਡੀਆ ਦੇ ਸਾਹਮਣੇ ਕਿ ਹਾਂ ਇਹ ਜਿਹੜਾ ਮਿਸ਼ਨ ਸੀਗਾ ਸਾਡਾ ਕਾਮਯਾਬ ਹੋਇਆ, ਤੇ 10 ਮੀਲ ਦਾ ਸਕੁਆਇਰ ਏਰੀਆ ਜਿਹੜਾ ਹੈਗਾ, 10 ਮੀਲ ਦਾ ਪਹਿਲਾਂ ਉਹ ਉਹਨਾਂ ਨੇ ਫਲਾਈਂਗ ਏਰੀਆ ਜਿਹੜਾ ਸੀਗਾ 10 ਮੀਲ ਦਾ, ਉਹ ਉਹਨਾਂ ਨੇ ਪਹਿਲਾਂ ਸੀਜ਼ ਕੀਤਾ, ਉਸ ਤੋਂ ਬਾਅਦ ਉਹਨੂੰ ਸ਼ੂਟ ਕੀਤਾ ਉਸ ਗੁਬਾਰੇ ਨੂੰ। ਕਿਉਂਕਿ ਉਹਨਾਂ ਦਾ ਇਹ ਸੀਗਾ ਕਿ ਅਜਿਹੇ ਜਿਹੜੇ ਗੁਬਾਰੇ ਹੈਗੇ ਨਾ ਸਿਰਫ ਜਸੂਸੀ ਦਾ ਖਤਰਾ ਹੁੰਦਾ ਹੈ ਨਾ, ਤੋਂ ਤਾਂ ਇਹ ਵੀ ਹੈ ਕਿ ਕਿਤੇ ਆਬਾਦੀ ਤੇ ਨਾ ਡਿੱਗ ਪੈਣ। ਇਹ ਜਿਹੜਾ ਹੁਣ ਕੱਲ ਦਾ ਇੰਸੀਡੈਂਟ ਹੋਇਆ, ਇਹ ਗੁਬਾਰਾ ਵੀ ਨਹੀਂ, ਜੋ ਮੋਸਟਲੀ ਦੱਸ ਰਹੇ ਕਿ ਇੱਕ ਕਾਰ ਦੇ ਸਾਈਜ਼ ਦਾ ਸੀਗਾ, ਛੋਟੀ ਜਿਹੀ ਕਾਰ ਹੁੰਦੀ ਉਹਦੇ ਬਰਾਬਰ ਦਾ ਸੀਗਾ, ਕੋਈ ਇੰਨਾ ਵੱਡਾ ਵੀ ਨਹੀਂ ਸੀਗਾ ਕਿ ਉਹਦੇ ਅੰਦਰ ਕੁਝ ਹੈਗਾ। ਚਲੋ ਉਹਦਾ weight ਵਜ਼ਨ ਕਾਫੀ ਸੀਗਾ, ਉਹ ਸਿਟੀ ਏਰੀਆ 'ਚ ਉਹਦੇ ਤੇ ਅਟੈਕ ਨਹੀਂ ਕਰ ਸਕਦਾ, ਕਿਉਂਕਿ ਉਹ ਜੇ ਪਬਲਿਕ ਏਰੀਆ 'ਚ ਗਿਰਦਾ ਹੈਗਾ ਤਾਂ ਕਾਫੀ ਨੁਕਸਾਨ ਲੋਕਾਂ ਦੀ ਜਾਨ ਮਾਲ ਤੇ ਖਤਰਾ ਵੀ ਹੋ ਸਕਦਾ। ਇਸ ਕਰਕੇ ਉਹ ਸਮੁੰਦਰੀ, ਜਦੋਂ ਤੱਕ ਉਹ ਸਮੁੰਦਰ ਦੇ ਉੱਤੇ ਨਹੀਂ ਪਹੁੰਚਿਆ ਹੈਗਾ, ਉਹਨਾਂ ਚਿਰ ਉਹਨਾਂ ਨੇ ਐਕਸ਼ਨ ਲੈ ਕੇ, ਹੋ ਸਕਦਾ ਕਿ ਚਲੋ ਉਹਦੇ ਅੰਦਰ ਕੋਈ ਇੱਦਾਂ ਦੀ ਵੈਪਨ ਫਿੱਟ ਕੀਤਾ ਕਿ ਕੋਈ ਇੱਧਰ ਉੱਧਰ ਜਹਾਜ਼ ਜਾਂਦਾ ਹਵਾ 'ਚ ਉਹਨੂੰ ਮਾਰ ਕਰਕੇ ਗਿਰਾ ਦੇਵੇ। ਉਹ ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਨੇ ਆਲੇ ਦੁਆਲੇ ਜਿੰਨੇ ਵੀ 10 ਕਿਲੋਮੀਟਰ ਤੱਕ ਫਲਾਈਂਗ ਜ਼ੋਨ ਸਾਰਾ ਬੰਦ ਕਰਕੇ ਉਹਦੇ ਬਾਅਦ ਉਹਨਾਂ ਤੇ ਹਮਲਾ ਕਰਨ ਕੇ ਉਸ ਚੀਜ਼ ਨੂੰ ਡਿਸਟਰੋਏ ਕੀਤਾ। ਫਿਰ ਉਹਨਾਂ ਨੇ ਆਪ ਹੀ ਆ ਕੇ ਮੀਡੀਆ ਦੇ ਸਾਹਮਣੇ ਪੂਰੀ ਪੁਸ਼ਟੀ ਕੀਤੀ ਹੈਗੀ ਆ। ਉਹਦੇ ਬਾਅਦ ਇਹਨਾਂ ਦੇ ਅਮਰੀਕਾ ਦੇ ਨਾਲ ਥੋੜ੍ਹੇ ਜਿਹੇ ਹੋ ਗਏ ਰਿਲੇਸ਼ਨ, ਕਾਫੀ ਤਣਾਅਪੂਰਨ ਹੋ ਚੁੱਕੇ ਹੈਗੇ ਆ ਇਸ ਲਈ। ਪਿਛਲੇ ਸਾਲ ਜਦੋਂ ਦਸੰਬਰ ਦੇ ਵਿੱਚ ਅਮਰੀਕਾ ਨੇ ਜਾਣਕਾਰੀ ਦਿੱਤੀ ਸੀ, ਦਸੰਬਰ ਦੇ ਵਿੱਚ 2021 ਤੇ ਜਨਵਰੀ ਜਿਹੜਾ ਲਾਸਟ ਵੀਕ ਸੀਗਾ ਦਸੰਬਰ ਦਾ, ਉਦੋਂ ਅੰਡੇਮਾਨ ਨਿਕੋਬਾਰ 'ਚ ਜਿਹੜਾ ਇਹੋ ਜਿਹਾ ਗੁਬਾਰਾ ਜਿਹੜਾ ਦੇਖਿਆ ਗਿਆ ਸੀਗਾ, ਉਹ ਵੀ ਬਕਾਇਦਾ ਅਮਰੀਕਾ ਨੇ ਹੀ ਭਾਰਤ ਨੂੰ ਇਨਫੋਰਮੇਸ਼ਨ ਦਿੱਤੀ ਸੀ। ਕਿਉਂਕਿ ਉਦੋਂ ਭਾਰਤ ਦੀਆਂ ਜਿਹੜੀਆਂ ਤਿੰਨੋਂ ਫੌਜ ਹੈਗੀਆਂ ਵਾ, ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ, ਤਿੰਨੋਂ ਹੀ ਫੌਜ ਦੀ ਜਿਹੜੀ ਇੱਕ ਉੱਥੇ ਡਰਿਲ ਚੱਲ ਰਹੀ ਸੀਗੀ, ਜਿਸ ਦੌਰਾਨ ਇਹ ਗੁਬਾਰਾ ਉੱਥੇ ਦੇਖਿਆ ਗਿਆ। ਤੇ ਜੇ ਫੌਜ ਦੀ ਉੱਥੇ ਡਰਿਲ ਚੱਲ ਰਹੀ ਹੈ ਤੇ ਗੁਬਾਰਾ ਜੇ ਉੱਥੇ ਛੱਡਿਆ ਗਿਆ, ਜ਼ਾਹਿਰ ਹੈ ਇਸ ਤੋਂ ਇਨਕਾਰ ਤਾਂ ਕੀਤਾ ਨਹੀਂ ਜਾ ਸਕਦਾ ਕਿ ਉਹ ਜਸੂਸੀ ਕਰ ਰਿਹਾ ਸੀਗਾ। ਕਿਉਂਕਿ ਜੇ ਜਸੂਸੀ ਹੋ ਰਹੀ ਸੀ ਤੇ
ਫੌਜ ਦੀ ਡਰਿਲ ਦੀ ਹੀ ਕਿਉਂ ਹੋ ਰਹੀ ਸੀ ਉਸ ਏਰੀਏ। ਉਹਨਾਂ ਨੇ ਕਿਹਾ ਕਿ ਨਹੀਂ, ਇਹ ਅਸੀਂ ਮੌਸਮ, ਐਕਚੁਅਲੀ ਜਦੋਂ ਇਹ ਗੁਬਾਰੇ ਜਦੋਂ ਪਹਿਲਾਂ ਵੀ ਇਸਤੇਮਾਲ ਹੁੰਦੇ ਰਹੇ ਆ ਤੇ ਇਹ ਮੌਸਮ ਦੀ ਜਾਣਕਾਰੀ ਕਰਕੇ ਇਸਤੇਮਾਲ ਹੁੰਦੇ ਰਹੇ ਆ, ਜਾਂ ਉਹ ਆਪਣੇ ਬਾਰਡਰ ਏਰੀਆ ਦੇ ਅੰਦਰ ਰੱਖ ਕੇ ਅਜਿਹੇ ਗੁਬਾਰਿਆਂ ਨੂੰ ਇਹ ਬਾਰਡਰ ਸਿਕਿਉਰਿਟੀ ਬਾਰੇ ਜਿਹੜੀ ਆ ਉਹ ਇਨਫੋਰਮੇਸ਼ਨ ਲੈਂਦੇ ਸੀ। ਇਹ ਨਹੀਂ ਸੀ ਕਿ ਤੁਸੀਂ ਦੂਜੇ ਕਿਸੇ ਦੇਸ਼ ਦੇ, ਕਿਉਂਕਿ ਇਹ ਕੀ ਕਰਦੇ ਆ ਕਿ ਇੱਕ ਐਸੇ ਸਾਂਝੇ ਬਾਰਡਰ ਤੇ ਉਡਾਉਂਦੇ ਆ ਕਿ ਜਿੱਥੇ ਦੂਜੇ ਦੇਸ਼ ਦੀ ਜਾਣਕਾਰੀ ਉੱਚਾ ਬਹੁਤ ਹੁੰਦਾ ਤੇ ਜ਼ਿਆਦਾ ਇਹ ਸਰਚ 'ਚ ਨਹੀਂ ਆਉਂਦਾ, ਬਹੁਤ ਜ਼ਿਆਦਾ ਉੱਚਾ ਉੱਡ ਰਿਹਾ ਹੁੰਦਾ ਤੇ ਇਸ ਕਰਕੇ। ਲੇਕਿਨ ਇਹ ਜਾਸੂਸੀ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਹੀਂ, ਇਹ ਚੀਜ਼ਾਂ ਤੁਹਾਡੀ ਬਿਲਕੁਲ ਮੈਂ ਸਹਿਮਤ ਹੈਗਾ। ਹੋਰ ਦੂਸਰੀ ਗੱਲ ਜਿਹੜੀ ਅਮਰੀਕਾ ਨੇ ਭਾਰਤ ਨੂੰ ਦੱਸਿਆ ਕਿ ਤੁਹਾਡੇ ਜਦੋਂ ਇਹ ਟ੍ਰੇਨਿੰਗ ਸਾਰਾ ਕੁਝ ਚੱਲ ਰਿਹਾ ਸੀ ਉਸ ਲਈ ਗੁਬਾਰਾ ਉੱਡਿਆ ਹੈਗਾ। ਇਸ ਵੇਲੇ ਫਿਲਹਾਲ ਦੀ ਅੱਜ ਦੀ ਡੇਟ ਵਿੱਚ ਇੰਡੀਆ ਨੇ ਇਹਦੇ ਉੱਤੇ ਕੋਈ ਆਪਣਾ ਅਧਿਕਾਰਿਕ ਆਫੀਸ਼ੀਅਲ ਬਿਆਨ ਹਾਲੇ ਤੱਕ ਕੋਈ ਨਹੀਂ ਦਿੱਤਾ ਹੈਗਾ। ਤਾਂ ਉਸ ਤੋਂ ਪਹਿਲਾਂ ਅਸੀਂ ਦੱਸਿਆ 8 ਜਨਵਰੀ ਨੂੰ ਉਹਨੇ ਦੱਸਿਆ ਕਿ ਚੀਨ ਇੱਦਾਂ ਦੇ ਗੁਬਾਰੇ ਪੂਰੇ 5 ਜਿਹੜੇ ਬਹੁਤ ਵੱਡੇ ਖੇਤਰ ਹੈਗੇ, ਅਮਰੀਕਾ, ਦક્ષਿਣ ਪੂਰਬ ਏਸ਼ੀਆ, ਯੂਰਪ, ਇਹਨਾਂ ਤੇ ਨਿਗਰਾਨੀ ਕਰ ਰਿਹਾ ਹੈਗਾ ਔਰ ਇਹਦੇ ਵਿੱਚ 40 ਦੇਸ਼ਾਂ ਦੀ ਉਹ ਨਿਗਰਾਨੀ ਕਰ ਚੁੱਕਿਆ ਜੀ। ਹੋਰ ਅਮਰੀਕਾ ਇਹ ਸਾਰੇ ਵੀ ਜਿੰਨੇ ਕੰਟਰੀਜ਼ ਹੈ ਉਹਨਾਂ ਨੂੰ ਇਹ ਇਨਫੋਰਮੇਸ਼ਨ ਸ਼ੇਅਰ ਕਰਕੇ ਦੱਸ ਰਿਹਾ ਕਿ ਚੀਨ ਇੱਦਾਂ ਦੀ ਐਕਟੀਵਿਟੀ ਕਰ ਰਿਹਾ, ਤੁਸੀਂ ਅਲਰਟ ਰਹੋ। ਹੁਣ ਇਹ ਮੋਸਟਲੀ ਸਾਰੇ ਵਰਲਡ ਵਿੱਚ ਇਹ ਗੱਲ ਫੈਲ ਚੁੱਕੀ ਹੈ ਕਿ ਇੱਦਾਂ ਦੀ ਐਕਟੀਵਿਟੀ ਹੋ ਰਹੀ ਹੈ, ਤਾਂ ਹਰ ਕੰਟਰੀ ਨੂੰ ਆਪਣੇ ਜ਼ੋਨ ਤੇ ਉੱਤੇ ਸਿਕਿਉਰਿਟੀ ਜਿਹੜੀ ਲੇਅਰ ਹੈਗੀ ਉਹ ਦੇਖਣ ਦੀ ਬਹੁਤ ਜ਼ਰੂਰਤ ਹੈ। ਬਟ ਇੱਕ ਗੱਲ ਹੈਗੀ, ਤੁਸੀਂ ਅਗਰ ਸਵਾਲ ਸਾਡੇ ਦਰਸ਼ਕ ਵੀ ਸੋਚਣਾ ਚਾਹਣਗੇ ਕਿ ਇਹ ਸੈਟੇਲਾਈਟ ਤੋਂ ਕਿਉਂ ਨਹੀਂ ਕਰਦੇ ਹੈਗੇ। ਸੈਟੇਲਾਈਟ ਵੀ ਇੱਕ ਸੇਫ ਤਰੀਕਾ ਹੈ, ਸੈਟੇਲਾਈਟ ਤਾਂ ਕਿਸੇ ਨੂੰ ਪਤਾ ਨਹੀਂ ਚੱਲਦਾ। ਬਟ ਸੈਟੇਲਾਈਟ ਦੀ ਆਪਾਂ ਜੇ ਗੱਲ ਕਰੀਏ, ਜੇ ਸੈਟੇਲਾਈਟ ਤੋਂ ਜਿਹੜੀ ਤਸਵੀਰਾਂ ਹੈਗੀਆਂ ਉਹ ਇੰਨੀ ਸਾਫ਼ ਤਾਂ ਕਲੀਅਰ ਨਹੀਂ ਆਉਂਦੀ। ਦੂਸਰਾ ਰੀਜ਼ਨ ਹੁੰਦਾ ਕਿ ਉਹ ਅਰਥ ਰੋਟੇਟ ਕਰਦੀ ਹੈਗੀ ਆ, ਜਿਹੜੀ ਉਹ ਆਬਜੈਕਟ ਜਦੋਂ ਅੰਤਰਿਕਸ਼ ਤੇ ਆਉਂਦਾ ਹੈਗਾ ਇੱਕ ਪਾਰਟਿਕੂਲਰ ਜ਼ੋਨ 'ਚ ਹੁੰਦਾ ਹੈਗਾ, ਉਹਨੂੰ ਅਗਰ ਉਸ ਪੁਆਇੰਟ ਤੇ ਦੁਬਾਰਾ ਆਉਣ ਵਾਸਤੇ 90 ਮਿੰਟ ਦਾ ਟਾਈਮ ਲੱਗਦਾ ਹੈਗਾ। ਤਾਂ ਇੰਨੇ ਟਾਈਮ 'ਚ ਉਹ ਲੋਕੇਸ਼ਨ ਚੇਂਜ ਹੋ ਜਾਂਦੀ, ਤੁਹਾਡੀ ਮੂਵਮੈਂਟਸ ਚੇਂਜ ਹੋ ਜਾਂਦੀ ਆ, ਤਾਂ ਉਸ ਚੀਜ਼ ਨੂੰ ਜਿਹੜੇ ਕੈਪਚਰ ਵੀ ਕਰਦੇ ਤਾਂ ਉਨੀ ਕਲੈਰਿਟੀ ਨਹੀਂ ਆਉਂਦੀ। ਜਦਕਿ ਇਹ ਜਿਹੜੇ ਬੈਲੂਨ ਹੈਗੇ ਆ ਤੁਹਾਡੀ ਇੱਕ ਜਗ੍ਹਾ ਤੇ ਖੜੇ ਹੋ ਕੇ ਕਾਫੀ ਦੇਰ ਤੱਕ ਉਸ ਚੀਜ਼ ਨੂੰ ਕੰਟਰੋਲ ਕਰਕੇ ਉੱਥੇ ਦੀ ਬਹੁਤ ਜ਼ਬਰਦਸਤ ਫੋਟੋਆਂ ਖਿੱਚਦੇ ਆ। ਜਿਹੜੀ ਹੁਣ ਤਾਜ਼ਾ ਖਬਰ ਆਈ ਸੀ ਕਿ ਜਿਹੜੀ 2 ਤਾਰੀਖ ਨੂੰ ਜਿਹੜਾ ਇਹਨਾਂ ਨੇ ਗੁਬਾਰਾ ਡਿਸਟਰੋਏ ਕੀਤਾ ਸੀ, ਉਹਦੇ ਅੰਦਰ ਪ੍ਰੋਪੈਲਰ ਲੱਗੇ ਹੋਏ ਸੀ। ਪ੍ਰੋਪੈਲਰ ਦਾ ਮਤਲਬ ਹੈਗਾ ਉਹ ਗੁਬਾਰਾ ਪੂਰਾ ਕੰਟਰੋਲ ਹੋਣ ਵਾਲਾ ਹੈਗਾ, ਉਹਨੂੰ ਲੈਫਟ ਨੂੰ ਜਾਣਾ, ਰਾਈਟ ਨੂੰ ਜਾਣਾ, ਡਾਇਰੈਕਸ਼ਨ ਕਿਹੜੀ ਲੈਣੀ ਹੈਗੀ ਆ, ਉਹ ਪੂਰਾ ਕੰਟਰੋਲ ਕਰ ਸਕਦਾ ਸੀ। ਔਰ ਉਹਦੇ ਅੰਦਰ ਇੱਕ ਸੋਲਰ ਪੈਨਲ ਵੀ ਲੱਗਿਆ ਸੀਗਾ ਜਿਹੜਾ ਸਨਲਾਈਟ ਜਾਂ ਹਵਾ ਨਾਲ ਜੋ ਵੀ ਚਾਰਜ ਹੁੰਦਾ ਹੈਗਾ। ਤਾਂ ਇਸ ਕਰਕੇ ਤੁਸੀਂ ਦੇਖੋ ਜਿਹੜਾ ਉਹ 2 ਤਾਰੀਖ ਵਾਲਾ ਸੀਗਾ, ਚੀਨ ਤੋਂ ਲੈ ਕੇ ਕਿੰਨੇ ਕਿਲੋਮੀਟਰ ਘੁੰਮ ਫਿਰ ਕੇ, ਔਰ ਦੇਖਣ ਵਾਲੀ ਗੱਲ ਸੀ ਕਿ ਉਹ ਆਪਣਾ ਤੁਹਾਡਾ ਕੈਨੇਡਾ ਦੇ ਉੱਤੋਂ ਦੀ ਹੋ ਕੇ ਵੀ ਗਿਆ ਹੈਗਾ। ਬਟ ਕੈਨੇਡਾ ਨੇ ਉਸ ਚੀਜ਼ ਤੇ ਕੋਈ ਆਬਜੈਕਸ਼ਨ ਨਹੀਂ ਚੱਕਿਆ। ਇਹ ਤਾਂ ਥੋੜਾ ਜਿਹਾ ਇਨਪੁਟ ਤੇ ਉਹਨਾਂ ਦੇ ਕੋਲ ਆਈ ਹੈ ਤੇ ਸਿਰਫ ਅਮਰੀਕਾ ਨੂੰ ਹੀ ਨਜ਼ਰ ਆਇਆ, ਬਾਕੀ ਕੰਟਰੀ ਨੂੰ ਕਿਉਂ ਨਹੀਂ ਆਇਆ ਜਿੱਥੋਂ ਦੀ ਉਹ ਟਰੈਵਲ ਕਰਕੇ ਆਇਆ ਸੀਗਾ। ਨਹੀਂ, ਜਿੱਦਾਂ ਹੁਣ ਜੇ ਅਮਰੀਕਾ ਦੇ ਵਿੱਚ ਸੈਂਸਿਟਿਵ ਏਰੀਆ ਹੈ ਨਾਰਥ ਪੋਲ ਜਿਹੜਾ, ਉਹ ਉੱਥੇ ਉੱਡ ਰਿਹਾ ਸੀ ਇਹ ਤੇ ਉਹਨਾਂ ਨੇ ਇਹ ਗੁਬਾਰਾ ਆਇਆ ਸੀ, ਉਹ ਇਹਨਾਂ ਦਾ ਮਿਲਟਰੀ ਏਰੀਆ ਹੈਗਾ ਜਿੱਥੇ ਇਹਨਾਂ ਦੇ ਵੈਪਨਸ ਹੈਗੇ, ਤੇ ਇਸ ਕਰਕੇ ਉਹਨਾਂ ਦੀ ਨਜ਼ਰ ਹਮੇਸ਼ਾ ਚੌਕੰਨੀ ਰਹਿੰਦੀ ਆ। ਪਬਲਿਕ ਏਰੀਆ 'ਚ ਚਲੋ ਅਸੀਂ ਵੀ ਇੰਨਾ ਧਿਆਨ ਨਹੀਂ ਦਿੰਦੇ, ਬਟ ਜਿੱਥੇ ਮਿਲਟਰੀ ਜ਼ੋਨ ਹੈ ਉਹਨਾਂ ਨੇ ਤਾਂ ਨਜ਼ਰ ਰੱਖਣੀ ਹੈਗੀ ਆ। ਉਹ ਉਹਨਾਂ ਦੇ 3 ਬੜੇ ਬੇਸ ਹੈਗੇ, ਉਹ ਮੇਨ ਬੇਸ ਤੇ ਉੱਥੇ ਪਹੁੰਚ ਚੁੱਕਿਆ ਸੀਗਾ ਤੇ ਇਸ ਕਰਕੇ ਉਹਨਾਂ ਨੇ ਉਹ ਐਕਸ਼ਨ ਲੈ ਕੇ ਉਸ ਚੀਜ਼ ਨੂੰ ਤਬਾਹ ਕੀਤਾ। ਉਹ ਜਦੋਂ ਪੂਰਾ ਡਿਸਟਰੋਏ ਹੋ ਕੇ ਸਮੁੰਦਰ 'ਚ ਡਿੱਗਿਆ ਹੈਗਾ ਤਾਂ ਅਮਰੀਕਾ ਨੇ ਉਹ ਪੂਰਾ ਸਾਰਾ ਜਿੰਨਾ ਵੀ ਹੈਗਾ ਆਪਣਾ ਚੱਕ ਲਿਆ ਹੈਗਾ ਸਮਾਨ। ਤਾਂ ਚੀਨ ਨੇ ਉਹਨਾਂ ਤੋਂ ਰਿਕੁਐਸਟ ਕੀਤੀ ਸੀ ਕਿ ਜਿਹੜਾ ਤੁਸੀਂ ਮਲਬਾ ਸਾਡਾ ਬੈਲੂਨ ਵਾਲਾ ਡਿਸਟਰੋਏ ਕੀਤਾ ਹੈਗਾ ਉਹ ਸਾਨੂੰ ਵਾਪਸ ਕੀਤਾ ਜਾਏ। ਤਾਂ ਅਮਰੀਕਾ ਨੇ ਟੋਟਲੀ ਇਨਕਾਰ ਕਰਤਾ, ਕਹਿੰਦੇ ਅਸੀਂ ਤੁਹਾਨੂੰ ਇਹਦੇ ਉੱਤੇ ਕੁਝ ਵੀ ਵਾਪਸ ਨਹੀਂ ਕਰਾਂਗੇ। ਚੀਨ ਨੇ ਆਬਜੈਕਸ਼ਨ ਇੱਕ ਹੋਰ ਜਤਾਇਆ, ਕਹਿੰਦਾ ਕਿ ਇਹ ਪਬਲਿਕ ਵਾਲਾ ਹੈਗਾ, ਇਹ ਸਿਰਫ ਜਿਹੜੀ ਵੈਦਰ ਇਨਫੋਰਮੇਸ਼ਨ ਇਕੱਠਾ ਕਰਨ ਵਾਲਾ ਸੀਗਾ, ਇਹਦੇ ਅੰਦਰ ਕੋਈ ਇਦਾਂ ਦੀ ਐਕਟੀਵਿਟੀ ਨਹੀਂ ਸੀ, ਤੁਹਾਨੂੰ ਇਦਾਂ ਦਾ ਐਕਸ਼ਨ ਨਹੀਂ ਲੈਣਾ ਚਾਹੀਦਾ ਸੀ। ਬਟ ਅਮਰੀਕਾ ਨੇ ਕਿਹਾ ਇਹ ਸਾਡੇ ਇੱਥੇ ਐਕਟੀਵਿਟੀ 'ਚ ਤੁਸੀਂ ਮੌਸਮ ਕੀ ਕਰਨ ਆਏ ਆ, ਤੁਸੀਂ ਆਪਣੇ ਏਰੀਆ ਦਾ ਮੌਸਮ ਦੇਖਣਾ, ਸਾਡਾ ਮੌਸਮ ਦੇਖ ਕੇ ਕੀ ਕਰਨਾ। ਤਾਂ ਗੱਲ ਤਾਂ ਇਹ ਕਈ ਗੋਲਮੋਲ ਜਿਹੜੀ ਗੱਲਾਂ ਹੈਗੀਆਂ ਸਮਝ ਤੋਂ ਬਾਹਰ ਹੈਗੀਆਂ। ਨਹੀਂ, ਜਿੱਦਾਂ ਹੁਣ ਚੀਨੀ ਗੁਬਾਰਿਆਂ ਨੂੰ ਲੈ ਕੇ ਹਮੇਸ਼ਾ ਹੀ ਇੱਕ ਜਿਹੜਾ ਇਹ ਸ਼ੱਕ, ਗੁਬਾਰਾ ਕੋਈ ਵੀ ਹੋਵੇ, ਚਾਹੇ ਚਲੋ ਮੌਸਮ ਦੀ ਜਾਣਕਾਰੀ ਵਾਸਤੇ ਹੀ ਛੱਡਿਆ ਹੋਵੇ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੇ ਉਹਨਾਂ ਨੇ ਮੌਸਮ ਦੀ ਜਾਣਕਾਰੀ ਲੈਣੀ ਤਾਂ ਆਪਣੇ ਏਰੀਆ ਦੀ ਲੈਣ ਨਾ, ਤੇ ਦੂਜੇ ਦੇ ਏਰੀਆ 'ਚ ਕਿਉਂ ਗੁਬਾਰਾ ਉੱਡਦਾ ਉਹ ਕੈਪਚਰ ਹੋ ਰਿਹਾ। ਹੁਣ ਤੁਸੀਂ ਦੇਖੋ ਜਿਹੜਾ ਉਹ ਗੁਬਾਰਾ ਛੱਡਿਆ ਸੀ ਉਹ 120 ਫੁੱਟ ਚੌੜਾ ਤਾਂ 130 ਫੁੱਟ ਲੰਬਾ ਜੀ, ਇੰਨਾ ਵੱਡਾ ਗੁਬਾਰਾ, ਔਰ ਉਹਦੇ ਅੰਦਰ ਕੀ ਇਕਵਿਪਮੈਂਟਸ ਉਹਨਾਂ ਨੇ ਲਗਾ ਕੇ ਰੱਖੇ ਹੋਣੇ, ਔਰ ਕੀ ਚੀਜ਼ਾਂ ਕੈਪਚਰ ਕਰ ਰਹੇ ਨੇ, ਕੀ ਸੈਟੇਲਾਈਟ ਤੋਂ ਇਨਫੋਰਮੇਸ਼ਨ ਲੈ ਰਹੇ ਦੇ ਰਹੇ ਆ, ਉਹ ਤਾਂ ਹੁਣ ਬਾਅਦ ਦੀ ਗੱਲਾਂ ਹੈਗੀਆਂ। ਕੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਚਲੀ ਗਈ ਹੈ, ਦੇਖੋ ਇਹ ਇਨਫੋਰਮੇਸ਼ਨ ਕਿਸ ਟਾਈਮ ਇਹਨਾਂ ਦੇ ਕੰਮ ਆਊਗੀ, ਜਿੱਦਾਂ ਹੁਣ ਤੁਹਾਡੇ ਪਾਰਟਿਕੂਲਰ ਏਰੀਆ ਤੁਸੀਂ ਕਹੋ ਕਿ ਜਿੱਥੇ ਤੁਸੀਂ ਬੈਠੇ ਇੱਥੇ ਤੁਹਾਡੇ ਵੈਪਨਸ ਹੈਗੇ ਆ, ਜੇ ਗੁਬਾਰਾ ਆ ਕੇ ਇੱਥੇ ਇਹਦੀ ਲੋਕੇਸ਼ਨ ਟਰੇਸ ਕਰ ਲੈਂਦਾ, ਚਾਈਨਾ ਆਪਣੇ ਕੋਲ ਬੈਠੇ ਉਹ ਦੇਖ ਲੂਗਾ ਕਿ ਉਹ ਜਿਹੜੀ ਮਿਸਾਈਲ ਛੱਡਣੀ ਹੈ ਕਿਹੜੀ ਪਾਰਟਿਕੂਲਰ ਲੋਕੇਸ਼ਨ ਤੇ ਉਹਨੂੰ ਡਿਸਟਰੋਏ ਕਰਨਾ। ਜਦੋਂ ਵੀ ਉਹਨੂੰ ਖਤਰਾ ਲੱਗੂਗਾ ਉਹਨ ਤੇ ਇੱਕ ਮਿਸਾਈਲ ਪ੍ਰੈਸ ਕੀਤੀ ਐਗਜ਼ੈਕਟ ਲੋਕੇਸ਼ਨ ਆ, ਸਾਡੀ ਸਿਕਿਉਰਿਟੀ ਕਾਹਦੀ ਰਹਿ ਗਈ ਹੈ। ਹੋਰ ਦੂਸਰੀ ਵੱਡੀ ਗੱਲ ਹੈ ਕਿ ਇੱਕ ਕੰਟਰੀ ਦੂਸਰੇ ਕੰਟਰੀ ਦੇ ਅੰਦਰ ਇੱਦਾਂ ਦੀ ਐਕਟੀਵਿਟੀ ਕਿਉਂ ਕਰ ਰਿਹਾ। ਅਸੀਂ ਕਿਸੇ ਨੂੰ ਇਹ ਆਜ਼ਾਦੀ ਨਹੀਂ ਹੈਗੀ ਕਿ ਹਰੇਕ ਦੇ ਆਪਣਾ ਏਰੀਆ ਹੈਗਾ,
ਤਾਂ ਉਹਦੇ ਅੰਦਰ ਹੀ ਉਹ ਆਪਣਾ ਸਾਰਾ ਕੁਝ ਦੇਖਣਾ ਹੈਗਾ, ਉਹ ਚੀਜ਼ਾਂ ਅਵੋਇਡ ਹੋਣੀ ਚਾਹੀਦੀਆਂ। ਐਕਚੁਅਲੀ ਹੁਣ ਆਪਾਂ ਨਾ ਦਰਸ਼ਕਾਂ ਨੂੰ ਇਹ ਦੱਸੀਏ ਕਿ ਐਕਚੁਅਲੀ ਗੁਬਾਰੇ ਹੁੰਦੇ ਕੀ ਨੇ ਔਰ ਕਦੋਂ ਇਹਨਾਂ ਦੀ ਸ਼ੁਰੂਆਤ ਹੋਈ, ਇਹਨਾਂ ਗੁਬਾਰਿਆਂ ਦਾ ਸਾਈਜ਼ ਕੀ ਹੋ ਸਕਦਾ, ਉੱਡਦੇ ਕਿੰਨੇ ਉੱਚੇ ਨੇ, ਇਹ ਆਪਾਂ ਇਹ ਡਿਸਕਸ ਕਰੀਏ। ਮੈਨੂੰ ਲੱਗਦਾ ਕਿ ਇਹ ਜ਼ਿਆਦਾ ਦੱਸਣਾ ਜ਼ਰੂਰੀ ਹੈ ਅੱਜ ਦੀ ਪੀੜ੍ਹੀ ਨੂੰ, ਖਾਸ ਕਰਕੇ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਗੁਬਾਰੇ ਹੁੰਦੇ ਕੀ ਨੇ ਔਰ ਇਹ ਕਿਉਂ ਇਸਤੇਮਾਲ ਕੀਤੇ ਜਾਂਦੇ ਨੇ। ਦੇਖੋ ਜੀ, ਇਹ ਗੁਬਾਰਿਆਂ ਦਾ ਚੱਲਣ ਅੱਜ ਤੋਂ ਨਹੀਂ, ਕਾਫੀ ਸਾਲ ਪਹਿਲਾਂ ਤੋਂ ਹੈਗਾ। ਜਾਸੂਸੀ ਵਿੱਚ 1890 ਦੀ ਗੱਲ ਆ, ਉਸ ਲਈ ਸਾਰਿਆਂ ਪਹਿਲਾਂ ਫਰਾਂਸ ਨੇ ਇੱਕ ਜਿਹੜੀ ਸੈਨਿਕ ਐਕਟੀਵਿਟੀ ਉਹਦੇ ਵਾਸਤੇ ਇਹਨਾਂ ਨੂੰ ਇਸਤੇਮਾਲ ਕੀਤਾ ਸੀ ਕਿ ਉਹਨਾਂ ਦੀ ਸੈਨਾ ਕਿੱਥੇ ਆ ਰਹੀ ਜਾ ਰਹੀ ਆ। ਹੋਰ ਇਹ ਜਿਹੜੇ ਗੁਬਾਰੇ ਹੈਗੇ ਰਾਤ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਹੁੰਦੇ, ਰਾਤ ਨੂੰ ਆਸਮਾਨ 'ਚ ਉੱਡਦੇ ਹੈਗੇ ਆ। ਤਾਂ ਉਹ ਤਸਵੀਰਾਂ ਉਹਨਾਂ ਦੇ ਅੰਦਰ ਇਨਫਰਾਰੈਡ ਜੋ ਵੀ ਕੈਮਰੇ ਇੱਦਾਂ ਦੇ ਲੇਟੈਸਟ ਟੈਕਨੋਲੋਜੀ ਲੱਗੇ ਆ, ਜਿਹੜੇ ਰਾਤ ਨੂੰ ਵੀ ਤੁਹਾਨੂੰ ਬੜੀ ਸਾਫ਼ ਤਸਵੀਰਾਂ ਭੇਜ ਦਿੰਦੇ ਕਿ ਤੁਹਾਡੇ ਕੌਣ ਕੀ ਕਰ ਰਿਹਾ, ਕਿਤੇ ਐਕਟੀਵਿਟੀ ਹੋ ਰਹੀ ਆ ਆਸ-ਪਾਸ। ਤਾਂ ਤੁਹਾਨੂੰ ਬੈਠੇ ਬੈਠੇ ਜਦੋਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਦੂਸਰੀ ਜਿਹੜੀ ਦੇਸ਼ ਹੈਗੀ ਉਹਦੀ ਆਰਮੀ ਕਿੱਧਰ ਨੂੰ ਮੂਵ ਕਰ ਰਹੀ ਹੈ, ਤਾਂ ਤੁਹਾਡੇ ਵਾਸਤੇ ਉਹ ਐਕਟੀਵਿਟੀ 'ਤੇ ਐਕਸ਼ਨ ਲੈਣਾ ਬਹੁਤ ਸੌਖਾ ਹੋ ਜਾਂਦਾ ਹੈਗਾ। ਉਹੀ ਨਾ, ਦੇਖੋ ਇਹਦੇ ਵਿੱਚ ਜਿਹੜਾ ਹੁਣ ਉਹਨਾਂ ਨੇ ਕਿਹਾ ਕਿ ਇਹ ਗੁਬਾਰੇ ਜਿਹੜੇ ਆ ਸੈਕਿੰਡ ਵਰਲਡ ਵਾਰ ਦੇ ਵਿੱਚ ਜ਼ਿਆਦਾ ਇਸਤੇਮਾਲ ਕੀਤੇ ਗਏ ਸੀਗੇ। ਉਸ ਦੌਰਾਨ ਸਾਈਜ਼ ਵੀ ਬੜੇ ਵੱਡੇ ਹੁੰਦੇ ਆ ਇਹਨਾਂ ਦੇ, ਔਰ ਇਹਨਾਂ ਗੁਬਾਰਿਆਂ ਦੇ ਥਰੂ ਮੈਨੂੰ ਨਹੀਂ ਲੱਗਦਾ ਕਿ ਸਿਰਫ ਜਸੂਸੀ ਹੀ ਕੀਤੀ ਜਾ ਸਕਦੀ, ਕਿਉਂਕਿ ਜੇ ਐਡਾ ਵੱਡਾ ਸਾਈਜ਼ ਹੈ, ਜਿਸ ਚੀਜ਼ ਦਾ ਭਾਰ ਇੰਨਾ ਆ, ਉਹ 'ਚ ਇਕਵਿਪਮੈਂਟਸ ਇੰਨੇ ਲੱਗੇ ਹੋਏ ਆ, ਤੇ ਉਹਨਾਂ ਤੋਂ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ। ਇਹ ਗੁਬਾਰੇ ਕਾਫੀ ਹਲਕੇ ਹੁੰਦੇ ਹੈਗੇ ਆ, ਇਹਨਾਂ ਨੂੰ ਕਾਫੀ ਦੂਜੇ ਦੋ ਤਰ੍ਹਾਂ ਦੇ ਗੁਬਾਰੇ ਹੈਗੇ। ਇਹ ਜਿਹੜੀ ਟੈਕਨੋਲੋਜੀ ਚੱਲ ਰਹੀ ਹੈ ਇਸ ਟਾਈਮ ਤੇ, ਇੱਕ ਤਾਂ ਇਹ ਚੱਲ ਰਹੀ ਹੈ ਕਿ ਦੂਸਰੀ ਚੱਲ ਰਹੀ ਹੈ ਕਿ ਡਰੋਨ। ਇਹ ਦੋਨੋਂ ਚੀਜ਼ਾਂ ਇਸ ਲਈ ਬਹੁਤ ਫੇਮਸ ਹੈ ਕਿ ਉਹ ਹਰ ਕੰਟਰੀ ਇਹਨਾਂ ਨੂੰ ਪਰਚੇਜ਼ ਕਰ ਰਿਹਾ ਹੈਗਾ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਰੀਸੈਂਟਲੀ ਇੰਡੀਆ ਦੀ ਅਮਰੀਕਾ ਨਾਲ ਇੱਕ ਡੀਲ ਹੋ ਰਹੀ ਹੈ, ਜਿਹਦੇ ਵਿੱਚ ਉਹ 30 ਡਰੋਨ ਖਰੀਦਣ ਜਾ ਰਿਹਾ ਹੈਗਾ। ਔਰ 30 ਡਰੋਨ ਉਹਨਾਂ ਦੀ ਆਪਣੀ ਇੰਡੀਅਨ 에ਅਰਫੋਰਸ, ਆਰਮੀ ਤਾਂ ਨੇਵੀ ਤਿੰਨੋਂ ਨੂੰ 10-10 ਡਰੋਨ ਉਹਨਾਂ ਨੇ ਦੇਣ ਦਾ ਵਾਅਦਾ ਕੀਤਾ ਹੈਗਾ। ਤਾਂ ਉਹ ਸ਼ਾਇਦ ਮੇਰੇ ਖਿਆਲ ਤੋਂ ਥੋੜੇ ਦਿਨਾਂ 'ਚ ਡੀਲ ਫਾਈਨਲ ਹੋ ਵੀ ਜਾਊਗੀ ਔਰ ਤੁਹਾਨੂੰ ਖਬਰਾਂ 'ਚ ਪਤਾ ਵੀ ਲੱਗ ਜਾਊਗਾ। ਉਹ ਡੀਲ ਆਲਰੇਡੀ ਇੰਡੀਆ ਕਾਫੀ ਸਮਾਂ ਤੋਂ 5 ਸਾਲ ਤੋਂ ਕਰ ਰਹੀ ਸੀ, ਉਹ ਹੁਣ ਮੇਰੇ ਖਿਆਲ ਤੋਂ ਫਾਈਨਲ ਹੋ ਚੱਲੀ ਆ। ਤਾਂ ਉੱਥੇ ਪਹੁੰਚ ਕੇ ਇਹ ਡਰੋਨ ਵੀ ਉਸੇ ਹੀ ਕੈਟਾਗਰੀ 'ਚ ਆਉਂਦੇ ਹੈਗੇ ਜੋ ਐਕਟੀਵਿਟੀ ਇੱਕ ਦੂਸਰੇ ਦੇਸ਼ ਨੂੰ ਕਰਨ ਵਾਲੀ ਹੈ। ਤਾਂ ਆਪਾਂ ਜੇ ਗੁਬਾਰਿਆਂ ਦੀ ਗੱਲ ਕਰ ਰਹੇ ਸੀ, ਤਾਂ ਭਾਰਤ ਨੇ ਸਰਨਾ ਪਹਿਲਾਂ ਜਿਹੜੇ ਗੁਬਾਰੇ 2002 ਵਿੱਚ ਇਸਰਾਈਲ ਤੋਂ ਖਰੀਦੇ ਸੀ, 2 ਗੁਬਾਰੇ ਨਿਗਰਾਨੀ ਕਰਨ ਵਾਸਤੇ ਗੁਜਰਾਤ ਵਿੱਚ ਉੱਥੇ ਰੱਖੇ ਸੀ ਇਹਨਾਂ ਨੇ, ਮੌਸਮ ਦੀ ਜਾਣਕਾਰੀ ਇਕੱਠਾ ਕਰਨ ਵਾਸਤੇ। ਫਿਰ ਉਹਦੇ ਬਾਅਦ ਇੰਡੀਅਨ 에ਅਰਫੋਰਸ ਨੇ 2008-9 ਵਿੱਚ 2 ਐਸਟ੍ਰੋਟਰੈਟ ਗੁਬਾਰੇ ਖਰੀਦੇ। ਤੁਸੀਂ ਮੰਨੋਗੇ ਇੱਕ ਗੁਬਾਰੇ ਦੀ ਕੀਮਤ 338 ਕਰੋੜ। ਮਤਲਬ ਤੁਸੀਂ ਦੇਖੋ, ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਪ੍ਰਾਈਵੇਟ ਜੈਟ, ਜਿਹੜਾ ਲੋਕੀ ਸਫ਼ਰ ਕਰਦੇ ਆ ਜਿਨ੍ਹਾਂ ਨੇ ਰੱਖੇ ਹੋਏ ਆ, ਉਹ ਇੰਨੀ ਕੀਮਤ ਜਿੱਤੇ ਉਹ ਆ ਜਾਂਦਾ ਵਾ, ਜਿਹਦੇ 'ਚ ਗੁਬਾਰਾ ਕੱਲਾ ਜਿਹੜਾ ਹੈਗਾ ਆਪਾਂ ਇਜ਼ਰਾਈਲ ਤੋਂ ਜਿਹੜਾ ਖਰੀਦਿਆ ਹੈ, ਇੱਕ ਗੁਬਾਰੇ ਦੀ ਕੀਮਤ ਇੰਨੀ ਵੱਡੀ ਕੀਮਤ ਹੈ। ਹੋਰ ਇਹਨਾਂ ਨੇ ਜਿਹੜਾ 2008-9 ਵਿੱਚ 2 ਗੁਬਾਰੇ ਖਰੀਦੇ ਸੀ, 2010 ਵਿੱਚ ਜਿਹੜੀ ਕੈਗ ਦੀ ਰਿਪੋਰਟ ਆਈ ਉਹ 'ਚ ਦੱਸਿਆ ਗਿਆ ਕਿ ਇੱਕ ਗੁਬਾਰਾ ਤੁਹਾਡਾ ਨਸ਼ਟ ਹੋ ਚੁੱਕਿਆ। ਬਟ ਉਹ ਚਲੋ ਇੱਦਾਂ ਦੀ ਇਨਫੋਰਮੇਸ਼ਨ ਬਾਹਰ ਕਦੀ ਆਈ ਨਹੀਂ, ਕਿੱਦਾਂ ਹੋਇਆ ਕੋਈ ਜਾਣਕਾਰੀ ਨਹੀਂ ਹੈਗੀ ਆ। ਤਾਂ ਇਹਨਾਂ ਦੀ ਐਕਟੀਵਿਟੀ ਉਹਦੇ ਬਾਅਦ 2016 ਵਿੱਚ 에ਅਰਫੋਰਸ ਨੇ 6 ਐਸਟ੍ਰੋਟਰੈਟ ਖਰੀਦਣ ਦੀ ਹੋਰ ਗੱਲ ਹੋਈ ਸੀ, ਬਟ ਉਹ ਠੰਡੇ ਬਸਤੇ ਵਿੱਚ ਚਲੇ ਗਈ। ਤਾਂ ਉਹਦੇ ਬਾਅਦ ਤੁਸੀਂ ਮੰਨੋਗੇ ਚੀਨ ਨੇ 2010-11 ਵਿੱਚ ਪਹਿਲਾਂ ਜਿਹੜੇ ਬੈਲੂਨ ਹੈਗੇ ਰਸ਼ੀਆ ਤੋਂ ਬਾਏ ਕੀਤੇ ਸੀਗੇ। ਔਰ ਉਹਦੇ ਬਾਅਦ ਉਹ 5 ਲਏ ਸੀ, ਉਹ 5000 ਫਿਟ ਤੱਕ ਜਾਂਦੇ ਸੀ, ਉਹ ਉਹਨਾਂ ਦੀ ਐਕਟੀਵਿਟੀ ਸੀ। ਉਹਦੇ ਬਾਅਦ ਹੌਲੀ ਹੌਲੀ ਚਾਈਨਾ ਆਪਣੇ ਜਿਹੜੇ ਗੁਬਾਰੇ ਹੈਗੇ ਆਪ ਡਿਵੈਲਪ ਕਰਨੇ ਸ਼ੁਰੂ ਕਰ ਦਿੱਤੇ ਹੈਗੇ। ਤਾਂ ਇਸ ਚੀਜ਼ ਵਿੱਚ ਹੁਣ ਕਾਫੀ ਐਡਵਾਂਸ ਹੋ ਗਿਆ। ਉਹਨਾਂ ਨੂੰ ਪਤਾ ਹੈਗਾ ਆਉਣ ਵਾਲਾ ਜਿਹੜਾ ਟਾਈਮ ਹੈਗਾ, ਤੁਸੀਂ ਜੇ ਸਰਵਾਈਵ ਕਰਨਾ, ਕਿਸੇ ਤੋਂ ਪਤਾ ਕਰਨਾ ਹੈ, ਤਾਂ ਜਾਸੂਸ ਭੇਜਣ ਵਾਲਾ ਕੰਮ ਪੁਰਾਣਾ ਰਹਿ ਗਿਆ। ਹੁਣ ਤੁਸੀਂ ਇੱਕ ਗੁਬਾਰਾ ਬਣਾਓ, ਭੇਜੋ, ਪੂਰੇ ਜਿੱਥੇ ਵੀ ਖਤਰਨਾਕ ਲੋਕੇਸ਼ਨਸ ਹੈਗੀ ਉਹਨਾਂ ਦੀ ਤੁਸੀਂ ਤਸਵੀਰਾਂ, ਇਨਫੋਰਮੇਸ਼ਨ ਇਕੱਠੀਆਂ ਕਰੋ। ਤਾਂ ਜਦੋਂ ਤੁਸੀਂ ਅਟੈਕ ਕਰਨਾ, ਤੁਹਾਡੇ ਕੋਲ ਮਿਸਾਈਲ ਤਾਂ ਹਰ ਇੱਕ ਦੇ ਕੋਲ ਹੈਗੀ ਹੈ। ਤਾਂ ਇਹ ਬਹੁਤ ਨਈ ਟੈਕਨੋਲੋਜੀ ਹੈ, ਜਿਹੜਾ ਆਉਣ ਵਾਲੇ ਟਾਈਮ ਤੁਸੀਂ ਦੇਖੋਗੇ ਵਾਰ ਜਿਹੜੀ ਹੁਣ ਥੱਲੇ ਹੋ ਰਹੀ ਨਾ, ਇਹ ਸਿਰਫ ਸਕਾਈ ਤੇ ਜਾ ਕੇ ਖਤਮ ਹੋ ਜਾਣੀ ਹੈਗੀ ਆ। ਨਹੀਂ, ਭਾਰਤ ਨੇ ਵੀ ਸਵਦੇਸ਼ੀ ਗੁਬਾਰੇ ਜਿਹੜੇ ਬਣਾਏ ਆ। ਉਦੋਂ 2010 ਦੇ ਵਿੱਚ DRDO ਨੇ ਇੱਕ ਗੁਬਾਰਾ ਬਣਾਇਆ ਸੀ, ਲੇਕਿਨ ਉਹ 1500 ਫੀਟ ਦੀ ਰੇਂਜ ਸੀਗੀ ਉਹਦੀ, ਇੰਨੀ ਜ਼ਿਆਦਾ ਨਹੀਂ ਸੀ। ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਕਿ ਉਹ ਗੁਬਾਰੇ ਇੰਨੇ ਕਾਮਯਾਬ ਨਹੀਂ ਹੋਏ। ਜੋ ਗੁਬਾਰੇ ਬਣਦੇ ਹੈਗੇ ਬਹੁਤ ਹਾਈ ਟੈਕਨੋਲੋਜੀ ਨਾਲ ਬਣਦੇ, ਕਿ ਇਹ ਸੈਂਸਰ ਹੋ ਗਏ, ਉਹਦੇ ਅੰਦਰ ਕਿਹੜੇ ਇਕਵਿਪਮੈਂਟ ਲੱਗਣੇ, ਉਹ ਕਿੱਦਾਂ ਕੰਮ ਕਰਨਗੇ ਔਰ ਕਿੱਦਾਂ ਤੁਹਾਨੂੰ ਇਨਫੋਰਮੇਸ਼ਨ ਭੇਜਣਗੇ। ਇਹਦੇ ਕਰਕੇ ਇਹਨਾਂ ਦੀ ਜਿਹੜੀ ਬੈਲੂਨਸ ਦੀ ਡਿਮਾਂਡ ਪੂਰੇ ਇੰਟਰਨੈਸ਼ਨਲ ਮਾਰਕੀਟ ਵਿੱਚ ਬਹੁਤ ਜ਼ਿਆਦਾ ਹੈਗੀ ਆ। ਤਾਂ ਹਰ ਕੰਟਰੀ ਅਫੋਰਡ ਨਹੀਂ ਕਰ ਸਕਦਾ। ਤੋ ਇਹ ਇੰਨੀ ਲੇਟੈਸਟ ਟੈਕਨੋਲੋਜੀ ਕਿ ਤੁਸੀਂ ਘਰ ਬੈਠੇ ਬੈਠੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਦੂਸਰੀ ਜਗ੍ਹਾ ਦੀ। ਭਾਰਤ ਦੀ ਜਦੋਂ ਜਸੂਸੀ ਕੀਤੀ ਹੈ ਚੀਨ ਨੇ, ਉਦੋਂ ਵੀ ਇਹ ਗੱਲ ਸਾਬਿਤ ਹੋਈ ਹੈ 2016 ਦੇ ਵਿੱਚ ਕਿ ਜਿਹੜੀ ਤਿੱਬਤ ਦੇ ਨਾਲ ਲੱਗਦੀ ਜਿੰਨੀ ਆਪਣੀ ਬਾਰਡਰ ਏਰੀਆ ਹੈਗਾ, ਜਿੰਨਾ ਬਾਰਡਰ ਏਰੀਆ ਲੱਗਦਾ ਹੈ, ਅਤੇ ਉਹ ਸਾਰਾ ਜਿਹੜਾ
ਉਸ ਏਰੀਏ ਦੀ ਜਸੂਸੀ ਇਹਨਾਂ ਨੇ ਕੀਤੀ, ਇਹ ਗੱਲ ਸਾਬਿਤ ਵੀ ਹੋਈ ਹੈ। ਇਹਦੇ ਇਸ ਦੇ ਬਾਵਜੂਦ ਚੀਨ ਤਾਂ ਮੰਨਣ ਨੂੰ, ਚੀਨ ਤਾਂ ਕਦੀ ਮੰਨਿਆ, ਕਿਉਂਕਿ ਜਦੋਂ ਦਾ ਆਪਣੇ ਤਵਾਂਗ ਏਰੀਆ ਜਿਹੜਾ ਹੈਗਾ ਅਰੁਣਾਚਲ ਪ੍ਰਦੇਸ਼ ਦਾ ਤਵਾਂਗ ਏਰੀਆ, ਜਦੋਂ ਉੱਥੇ ਤਣਾਅ ਦੀ ਸਥਿਤੀ ਬਣੀ ਹੈ, ਉਸ ਤੋਂ ਬਾਅਦ ਵੈਸੇ ਵੀ ਚੀਨ ਨਾਲ ਸਾਡੇ ਰਿਲੇਸ਼ਨ ਕੋਈ ਬਹੁਤ ਵਧੀਆ ਨਹੀਂ ਹੈਗੇ ਆ, ਜਿੰਨਾ ਮਰਜ਼ੀ, ਕਿਉਂਕਿ ਚੀਨ ਨੇ ਤਾਂ ਜਦੋਂ ਸਾਡੇ ਕੋਲ ਚੀਨ ਨਾਲ ਜਦੋਂ ਜੰਗ ਹੋਈ ਸੀ ਸਾਡੀ, ਉਦੋਂ ਵੀ ਇਹਨੇ ਹਿੰਦੀ ਚੀਨੀ ਬਾਈ ਕਹਿ ਕੇ ਤਾਂ ਧੋਖਾ ਦਿੱਤਾ ਸੀਗਾ, ਤੇ ਚੀਨ ਤੇ ਭਰੋਸਾ ਕਰਨਾ ਤਾਂ ਖੈਰ ਜਾਇਜ਼ ਨਹੀਂ ਹੈਗਾ। ਜਿੱਦਾਂ ਤੁਸੀਂ ਤਿੱਬਤ ਦੀ ਗੱਲ ਛੇੜੀ ਹੈ, ਇਹਦੇ 'ਚ ਇੱਕ ਬਹੁਤ ਇੰਟਰਸਟਿੰਗ ਫੈਕਟ ਹੈਗਾ ਜਿਹੜਾ ਮੈਂ ਆਪਣੇ ਦਰਸ਼ਕਾਂ ਨਾਲ ਤਾਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੁੰਦਾ ਹੈਗਾ। ਜਦੋਂ ਚੀਨ 'ਚ ਤਿੱਬਤ ਵਿੱਚ ਚੀਨ ਦਾ ਜਹਾਜ਼ ਗੁਬਾਰਾ ਆਇਆ ਸੀਗਾ, ਤਾਂ ਉੱਥੇ ਪਤਾ ਲੱਗ ਗਿਆ, ਉਹਨੂੰ ਉੱਥੇ ਲੈਂਡ ਕੀਤਾ ਗਿਆ, ਤਾਂ ਚਾਈਨਾ ਦੀ ਜਿਹੜੀ ਸਟੇਟਮੈਂਟ ਆਈ ਸੀ ਉਹ ਕਹਿੰਦੇ ਸੀ ਇਹ ਜੇ ਪਬਲਿਕ ਵਾਲਾ ਗੁਬਾਰਾ ਹੈਗਾ, ਇਹ 'ਚ ਇੱਦਾਂ ਦੀ ਕੋਈ ਐਕਟੀਵਿਟੀ ਨਹੀਂ, ਬਟ ਉਹ ਪਬਲਿਕ ਜੇ ਗੁਬਾਰਾ ਸੀ ਤਾਂ ਫਿਰ ਇਹਨਾਂ ਦੀ ਜਿਹੜੀ ਫੌਜ ਹੈ ਉਹ ਉੱਥੇ ਕੀ ਕਰਨ ਆਈ? ਉਹਨਾਂ ਦੀ ਫੌਜ ਪਰਟੀਕੂਲਰ ਉੱਥੇ ਆ ਕੇ ਗਰਾਊਂਡ ਤੇ ਉਹ ਗੁਬਾਰਾ ਲੈਂਡ ਕਰਵਾਇਆ ਹੈਗਾ, ਪੂਰੀ ਫੌਜ ਆ ਕੇ ਉਹਨੂੰ ਅਟੈਂਡ ਕਰਕੇ ਉਹ ਲੈ ਕੇ ਗਈ ਆ। ਤੇ ਜੇ ਪਬਲਿਕ ਗੁਬਾਰਾ ਸੀ ਤਾਂ ਫਿਰ ਤਾਂ ਫੌਜ ਦਾ ਕੋਈ ਕੰਮ ਨਹੀਂ। ਜੇ ਫੌਜ ਆ ਰਹੀ ਹੈ ਤਾਂ ਇਹਦਾ ਮਤਲਬ ਕੋਈ ਨਾ ਕੋਈ ਇਦਾਂ ਦੀ ਗੱਲ ਹੈ ਕਿ ਜਿਹੜੀ ਫੌਜ ਉੱਥੇ ਦੀ ਇਨਫੋਰਮੇਸ਼ਨ ਲੈ ਕੇ ਰੱਖਣਾ ਚਾਹੁੰਦੀ ਸੀ, ਉਹ ਨਹੀਂ ਚਾਹੁੰਦੀ ਸੀ ਕਿ ਇਹ ਇਨਫੋਰਮੇਸ਼ਨ ਕਿਸੇ ਨੂੰ ਹੋਰ ਪਤਾ ਲੱਗੇ ਕਿ ਸਾਡੇ ਗੁਬਾਰੇ 'ਚ ਕੀ ਹੈਗਾ। ਤੇ ਇਹ ਬਹੁਤ ਉਹਨਾਂ ਨੇ ਸਮਾਰਟ ਵਰਕ ਕੀਤਾ ਹੈਗਾ। ਤਾਂ ਇਹ ਭਾਰਤ ਤਾਂ ਚੀਨ ਵਿੱਚ ਇਹ ਜਾਸੂਸੀ ਦੇ ਮਸਲੇ ਤਾਂ ਚਲੋ ਇੱਕਦਮ ਬਹੁਤ ਤਨਾਤਨੀ ਹੈਗੀ ਆ, ਤਾਂ ਇੱਕ ਦੂਸਰੇ ਤੇ ਇਦਾਂ ਦੀ ਘਟਨਾएं ਹੁੰਦੀ ਰਹਿੰਦੀ ਹੈ ਕਿ ਕਦੀ ਉੱਤੇ ਕਬਜ਼ਾ ਕਰ ਲਿਆ, ਕਦੀ ਉੱਤੇ ਕਰ ਲਿਆ। ਇਹ ਟੈਕਨੋਲੋਜੀ ਦੇਖੋ ਹੁਣ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਦੋਨੋਂ ਇੱਕ ਦੂਸਰੇ ਤੇ ਜੋ ਵੀ ਮੌਕਾ ਮਿਲਦਾ ਹੈਗਾ, ਤਾਂ ਇੰਡੀਆ ਹਾਲੇ ਇਸ ਟਾਈਮ ਤੇ ਇਸ ਚੀਜ਼ ਦੇ ਤੇ ਕੀ ਰਿਐਕਸ਼ਨ ਲਊਗਾ, ਕਿਉਂਕਿ ਇੰਡੀਆ ਨੇ ਹਾਲੇ ਇਦਾਂ ਦੀ ਚੀਜ਼ ਕੋਈ ਫੜੀ ਨਹੀਂ ਹੈਗੀ ਆ। ਤਾਂ ਇੰਡੀਆ ਦੀ ਪਹਿਲਾਂ ਪੂਰੀ ਕੋਸ਼ਿਸ਼ ਹੋਊਗੀ ਕਿ ਜਿਹੜੇ ਗੁਬਾਰੇ ਹੈਗੇ ਆ ਅਸੀਂ ਇਹਨਾਂ ਨੂੰ ਕੰਟਰੋਲ ਕਰੀਏ। ਇਹਨਾਂ ਨੂੰ ਮੈਂ ਕਹਿੰਦਾ ਜੇ ਡਿਸਟਰੋਏ ਕਰਨ ਤੋਂ ਬੈਟਰ ਹੈਗਾ ਕਿ ਤੁਸੀਂ ਉਹਨੂੰ ਕੰਟਰੋਲ ਕਰਕੇ ਆਪਣੇ ਕੋਲ ਲੈ ਕੇ ਆਓ, ਉਹ ਚੈੱਕ ਕਰੋ ਕਿ ਉਹ 'ਚ ਕੀ ਟੈਕਨੋਲੋਜੀ ਯੂਜ਼ ਕਰ ਰਹੇ ਹੋ, ਕਿਹੜੀ ਇਨਫੋਰਮੇਸ਼ਨ ਉਹ ਕਿੰਨੀ ਲੈ ਰਿਹਾ, ਤਾਂ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰਨਾ। ਜੇ ਤੁਸੀਂ ਉਹ ਚੀਜ਼ ਨੂੰ ਡਿਸਟਰੋਏ ਕਰ ਦੋਗੇ ਤਾਂ ਤੁਸੀਂ ਉਹ ਤੇ ਉਸ ਚੀਜ਼ ਨੂੰ ਰੋਕਣ ਦਾ ਕੀ ਤਰੀਕਾ ਅਪਣਾਓਗੇ, ਤੁਹਾਨੂੰ ਪਤਾ ਨਹੀਂ ਉਹ ਕਿਹੜੀ ਟੈਕਨੋਲੋਜੀ ਯੂਜ਼ ਕਰ ਰਿਹਾ। ਚਲੋ ਅਮਰੀਕਾ ਉਹ ਕੰਮ ਕਰ ਚੁੱਕਿਆ, ਤਾਂ ਮੈਂ ਕਹਿੰਦਾ ਜੇ ਇੰਡੀਆ 'ਚ ਇੱਦਾਂ ਦੀ ਕੋਈ ਐਕਟੀਵਿਟੀ ਤੁਹਾਨੂੰ ਕਿਤੇ ਨਜ਼ਰ ਆਉਂਦੀ ਆ ਤਾਂ ਤੁਸੀਂ ਉਹ ਡਰੋਨ ਹੋ ਗਿਆ ਜਾਂ ਕੁਝ ਵੀ ਹੈਗਾ, ਜੇ ਖਤਰਨਾਕ ਚੀਜ਼ ਹੈਗੀ ਤਾਂ ਫਿਰ ਤਾਂ ਮੈਂ ਕਹਿੰਦਾ ਤੁਸੀਂ ਉਹਨੂੰ ਡਿਸਟਰੋਏ ਕਰੋ। ਜੇ ਖਤਰਨਾਕ ਨਹੀਂ ਹੈਗੀ ਆ ਤਾਂ ਉਹ ਕੈਪਚਰ ਕਰਕੇ ਤੁਸੀਂ ਆਪਣੇ ਕੰਟਰੋਲ 'ਚ ਲਓ, ਉਹਦੀ ਟੈਕਨੋਲੋਜੀ ਤੇ ਸਰਚ ਕਰੋ ਕਿ ਇਹ ਕਿਹੜੀ ਟੈਕਨੋਲੋਜੀ ਕਿੱਦਾਂ ਕਰ ਰਹੀ, ਤਾਂ ਇਸ ਚੀਜ਼ ਨੂੰ ਆਪਾਂ ਕਿੱਦਾਂ ਬਲੌਕ ਕਰ ਸਕਦੇ ਹਾਂ। ਉਹ ਆਪਣੇ ਫਿਊਚਰ ਵਾਸਤੇ ਮੈਨੂੰ ਲੱਗਦਾ ਹੈ ਥੋੜੀ ਚੀਜ਼ਾਂ ਬਹੁਤ ਬੈਟਰ ਰਹਿਣਗੀਆਂ। ਡਿਫੈਂਸ ਸਰਵਿਸਿਜ਼ ਦੇ ਜਿੰਨੇ ਵੀ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਜੇ ਚੀਨ ਨੇ ਗੁਬਾਰਾ, ਕੋਈ ਅਜਿਹਾ ਗੁਬਾਰਾ ਜਿਹੜਾ ਹੈਗਾ ਉਹ ਭਾਰਤ ਦੀ ਸੀਮਾ ਦੇ ਵਿੱਚ ਉਡਾਇਆ ਜਾਂ ਭਾਰਤ ਦੇ ਬਾਰਡਰ ਏਰੀਏ 'ਚ, ਭਾਵੇਂ ਉਹਨਾਂ ਦੀ ਆਪਣੀ ਸੀਮਾ 'ਚ ਹੈਗਾ, ਜੇ ਉਡਾਇਆ ਤੇ ਇਹ ਨਹੀਂ ਹੋ ਸਕਦਾ ਕਿ ਚੀਨ ਨੇ ਸਿਰਫ ਮੌਸਮ ਦੀ ਜਾਣਕਾਰੀ ਲੈਣ ਵਾਸਤੇ ਇਹ ਗੁਬਾਰਾ ਉਡਾਇਆ ਹੋਵੇ। ਕਾਮਨ ਜੀ ਗੱਲ ਹੈ, ਇਹ ਜ਼ਾਹਿਰ ਹੈ ਕਿ ਉਹਨੇ ਜਾਸੂਸੀ ਕੀਤੀ ਹੋਣੀ। ਇਹ ਤਾਂ ਬਿਲਕੁਲ ਗੱਲ ਸਹੀ ਹੈ ਕਿ ਇਦਾਂ ਦੇ ਉਡਾਉਂਦਾ ਰਿਹਾ। ਤਾਂ ਅਮਰੀਕਾ ਦੇ 에ਅਰਫੋਰਸ ਨੇ ਵੀ ਆਹੀ ਕਿਹਾ, ਐਕਸ਼ਨ ਲਿਆ ਹੈਗਾ। ਉਹਨਾਂ ਨੇ ਪੂਰੀ ਇਨਪੁਟ ਉਹਨਾਂ ਦੇ ਕੋਲ ਸੀ, ਇਹ ਗੁਬਾਰਾ ਹੈਗਾ ਸਾਨੂੰ ਸੈਂਸਿਟਿਵ ਲੱਗਦਾ ਹੈ, ਬਟ ਉਹਨਾਂ ਨੇ ਥੋੜੀ ਜਿਹੀ ਜਲਦਬਾਜ਼ੀ ਕਰ ਲਈ। ਉਹ ਚੀਜ਼ਾਂ ਉਹਨਾਂ ਨੇ ਡਿਸਟਰੋਏ ਕਰਕੇ ਆਪਣਾ ਜੋ ਐਵੀਡੈਂਸ ਸੀ, ਜੋ ਉਹਨਾਂ ਤੋਂ ਕੋਈ ਟੈਕਨੋਲੋਜੀ ਉਹ ਪਤਾ ਕਰਨਾ ਚਾਹੁੰਦੇ ਸੀ, ਉਹ ਉਹਨਾਂ ਦੇ ਹੱਥੋਂ ਮੇਰੇ ਖਿਆਲ ਤੋਂ ਨਿਕਲ ਚੁੱਕੀ ਹੈ। ਦੇਖੋ ਡਿਸਟਰੋਏ ਕਰਨ ਦੇ ਬਾਅਦ ਤੁਹਾਡੇ ਕੋਲ ਸਿਰਫ ਮਲਬਾ ਰਹਿ ਜਾਂਦਾ। ਹੁਣ ਮਲਬੇ 'ਚੋਂ ਤੁਸੀਂ ਕਿਹੜੀ ਚੀਜ਼ ਕੱਢੋਗੇ, ਕਿਹੜੀ ਨਹੀਂ ਕੱਢੋਗੇ, ਇਹ ਚੀਜ਼ਾਂ ਥੋੜੀ ਕਾਫੀ ਮੁਸ਼ਕਿਲ ਹੋ ਜਾਂਦੀਆਂ ਹੈਗੀਆਂ। ਐਕਚੁਅਲੀ ਗੁਬਾਰਿਆਂ ਦਾ ਜਿਹੜਾ ਗੁਬਾਰਿਆਂ ਨਾਲ ਜਾਸੂਸੀ ਕਰਨਾ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਕਿਉਂਕਿ ਇਹ ਟੈਕਨੋਲੋਜੀ ਇੰਨੀ ਐਡਵਾਂਸ ਹੈਗੀ ਹੈ ਕਿ ਇਹ ਇੰਨੀ ਉਚਾਈ 'ਚ ਉੱਡਦੇ ਹੈ ਜਦੋਂ ਇੱਕ ਤਾਂ ਪਤਾ ਨਹੀਂ ਲੱਗਦਾ ਕਿ ਉੱਡ ਰਹੇ ਹੈ, ਕਿਉਂਕਿ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਕਿ ਜਿੰਨੀ ਉਚਾਈ 'ਤੇ ਇਹ ਉੱਡਦੇ ਹੈ ਨਾ, ਜਿਹੜੀ ਲੋਕਲ ਏਅਰ ਸਰਵਿਸ ਹੈਗੀ ਹੈ, ਜਿਹੜੀ ਲੋਕਲ ਕਹਿ ਲਓ ਜਾਂ ਇਹ ਕਹਿ ਲਓ ਕਿ ਉਨੀ ਉਚਾਈ 'ਤੇ ਉੱਡਣ ਵਾਲੀ ਜਿਹੜੀ ਏਅਰ ਸਰਵਿਸ ਹੈਗੀ ਹੈ, ਉਹਨਾਂ ਨੂੰ ਵੀ ਇਹਨਾਂ ਤੋਂ ਖਤਰਾ ਹੋ ਸਕਦਾ ਹੈ। ਕਿਉਂਕਿ ਜੇ ਕੋਈ ਜਹਾਜ਼ ਉਹਦੇ ਨਾਲ ਟਕਰਾਉਂਦਾ ਹੈ ਜਾਂ ਕੋਈ ਜਹਾਜ਼ ਜਾਂ ਇਹ ਕਹਿ ਲਓ ਕਿ ਜਿਸ ਉਚਾਈ 'ਤੇ ਉੱਡ ਰਿਹਾ ਉਸੇ ਉਚਾਈ 'ਤੇ ਕੋਈ ਗੁਬਾਰਾ ਵੀ ਉੱਡ ਰਿਹਾ, ਤਾਂ ਪਾਇਲਟ ਜੇ ਉਹਨੂੰ ਦੇਖ ਲੈਂਦਾ ਬਾਈ ਚਾਂਸ, ਤੇ ਉਹਨੂੰ ਇਹ ਸਮਝ ਨਹੀਂ ਆਉਣਾ ਕਿ ਹੈ ਕੀ ਹੈ ਇਹ। ਤੇ ਇਸ ਕਰਕੇ ਇਹ ਜੇ ਚੀਜ਼ਾਂ ਹੈਗੀਆਂ ਇਹਨਾਂ ਨੂੰ ਰੋਕਣਾ ਤਾਂ ਜ਼ਰੂਰੀ ਹੈਗਾ। ਹਾਂਜੀ ਬਹੁਤ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਹੁਣ ਜਿੱਦਾਂ ਇੰਡੀਆ ਹੈਗਾ ਆਪਣਾ, ਇਹ ਵੀ ਇੱਦਾਂ ਦੇ ਗੁਬਾਰੇ ਲੈ ਰਿਹਾ, ਤਾਂ ਮੇਰੇ ਹਿਸਾਬ ਨਾਲ ਜਿਹੜੇ ਸਿਕਿਉਰਿਟੀ ਜਿੱਥੇ ਜਿੱਥੇ ਸਾਡਾ ਬਹੁਤ ਸੈਂਸਿਟਿਵ ਏਰੀਆ ਹੈਗਾ, ਤਾਂ ਸਾਡੇ ਬੈਲੂਨ ਵੀ ਪਰਟੀਕੂਲਰ ਇੱਕ ਹਾਈਟ 'ਤੇ ਤੁਸੀਂ ਤੁਹਾਨੂੰ ਦੇਖੋ ਨਿਗਰਾਨੀ ਕਰਨ ਵਾਸਤੇ ਇਹ ਚੀਜ਼ਾਂ ਤਾਂ ਰੱਖਣੀ ਹੀ ਪੈਣੀਆਂ ਕਿ ਉੱਥੋਂ ਦੀ ਮੋਨੀਟਰ ਕਰੇ ਕਿ ਜੋ ਹੋਰ ਕੋਈ ਚੀਜ਼ ਉਸ ਤੋਂ ਥੱਲੇ ਲੈਵਲ 'ਤੇ ਉੱਡ ਰਹੀ ਹੈ, ਤੁਹਾਡੇ ਕੋਲ ਇਨਫੋਰਮ ਜਾਂ ਤਾਂ ਤੁਸੀਂ ਥੱਲੇ ਦੀ ਉਹਨੂੰ ਚੈੱਕ ਕਰੋ ਜਾਂ ਉੱਤੋਂ ਦੀ ਚੈੱਕ ਕਰੋ ਸੈਟਲਾਈਟ, ਦੋ ਹੀ ਆਪਸ਼ਨ ਤੁਹਾਡੇ ਕੋਲ ਹੈਗੇ। ਤਾਂ ਤੁਹਾਨੂੰ ਵੀ ਇਸ ਚੀਜ਼ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਹੀ ਪੈਣਾ, ਤੁਸੀਂ ਇਹ ਤੋਂ ਇਗਨੋਰ ਨਹੀਂ ਕਰ ਸਕਦੇ। ਆਉਣ ਵਾਲੀ ਟੈਕਨੋਲੋਜੀ ਬਹੁਤ ਹਾਈਫਾਈ, ਔਰ ਇਹ ਲੜਾਈਆਂ ਜਿਹੜੀ ਹੈਗੀ ਨਾ, ਹੁਣ ਜਿਹੜੀ ਸੈਨਾ ਦੇ ਨਾਲ ਹੁੰਦੀ ਸੀ ਉਹ ਚੀਜ਼ਾਂ ਹਟ ਗਈਆਂ। ਤੁਸੀਂ ਹੁਣ ਇੱਕ ਕੰਟਰੀ ਦੀ ਜਾ ਕੇ ਇਨਫੋਰਮੇਸ਼ਨ ਲੈ ਕੇ ਆ ਜਾਓ, ਇੱਥੇ ਬਹਿ ਜਾਓ, ਤੁਸੀਂ ਸਿਰਫ ਇੱਕ ਬਟਨ ਪ੍ਰੈਸ ਕਰਨਾ, ਲੋਕੇਸ਼ਨ ਟਾਈਪ ਕਰਨੀ ਹੈ, ਉਹ ਜੀ ਤੁਹਾਡਾ ਮਿਸਾਈਲ ਗਈ, ਉਹ ਖਤਮ ਹੈ। ਉਹੀ ਨਾ, ਦੇਖੋ ਪਹਿਲਾਂ ਜਦੋਂ ਸਮੁੰਦਰ ਦੇ ਵਿੱਚ ਪਣਡੁੱਬੀਆਂ ਹੁੰਦੀਆਂ ਸੀ, ਜਾਸੂਸੀ ਕਰਦੀਆਂ ਸੀਗੀਆਂ, ਤੇ ਹੁਣ ਜਦੋਂ
ਦੂਜਾ ਸੈਕੰਡ ਵਰਲਡ ਵਾਰ ਸੀਗਾ, ਉਦੋਂ ਪਣਡੁੱਬੀਆਂ ਤੋਂ ਹੀ ਜਸੂਸੀ ਤਕਰੀਬਨ ਕਰਾਈ ਜਾਂਦੀ ਹੁੰਦੀ ਸੀਗੀ। ਤੇ ਹੁਣ ਪਹਿਲਾਂ ਇਹ ਸੀਗਾ ਕਿ ਸਮੁੰਦਰ ਦੀ ਤਹਿ ਤੋਂ ਥੱਲੇ ਜਸੂਸੀ ਕਰਾਈ ਜਾਂਦੀ ਸੀ, ਹੁਣ ਆਸਮਾਨ ਦੀ ਉਚਾਈ ਤੋਂ ਕਰਾਈ ਜਾ ਰਹੀ ਹੈ। ਤੇ ਜ਼ਾਹਿਰ ਹੈ ਕਿ ਕਿਉਂਕਿ ਜੇ ਸੈਟੇਲਾਈਟ ਦੇ ਕੈਮਰੇ ਇੰਨੇ ਸਟੀਕ ਨਹੀਂ ਹੈ, ਜੇ ਗੁਬਾਰਿਆਂ ਦੇ ਵਿੱਚ ਜਿਹੜੇ ਕੈਮਰੇ ਜਾਂ ਟੈਕਨੋਲੋਜੀ ਇਸਤੇਮਾਲ ਕੀਤੀ ਜਾ ਰਹੀ ਹੈ, ਉਹ ਕਿਸੇ ਵੀ ਦੇਸ਼ ਵਾਸਤੇ ਖਤਰਨਾਕ ਸਾਬਿਤ ਹੋ ਸਕਦੀ ਹੈ। ਦੇਖੋ ਜੀ, ਕੈਮਰੇ ਤਾਂ ਉਹਨਾਂ ਨੇ ਇੱਦਾਂ ਦੇ ਡਿਵੈਲਪ ਕਰ ਲਏ ਕਿ ਜਿੱਥੇ ਰਾਤ ਹੈ, ਹਨੇਰਾ ਹੈਗਾ, ਨਾਈਟ ਕੈਮਰਾ, ਨਾਈਟ ਵਿਜ਼ਨ, ਅਲਟਰਾ ਸੈਂਸਰ, ਉਹ ਸਕੈਨਿੰਗ 'ਚ ਵੀ ਨਹੀਂ ਆਉਂਦੇ ਹੈਗੇ। ਸਾਡੇ ਇਨਫਰਾਰੈਡ ਵੀ ਉਹ ਮਤਲਬ ਇੰਨੇ ਤਗੜੇ ਉਹਨਾਂ ਨੇ ਐਡਵਾਂਸ ਕਰ ਲਏ ਹੈਗੇ ਕਿ ਉਹ ਤਾਂ ਚਲੋ ਹੈਗੇ ਵੀ ਲਾਈਟ ਵੇਟ ਹੀ ਆ। ਕੈਮਰੇ ਵੀ ਛੋਟੇ ਛੋਟੇ ਹੀ ਲੱਗੇ ਹੁੰਦੇ ਆ, ਜੇ ਕਿਸੇ ਵੀ ਤੁਸੀਂ ਡਿਸਟਰੋਏ ਕਰ ਲਿਆ ਉਹ ਨਾਲ ਦੇ ਨਾਲ ਖਤਮ ਹੋਣੇ। ਤੁਹਾਡੇ ਹੱਥ ਤਾਂ ਐਵੀਡੈਂਸ ਆਣੇ ਨਹੀਂ ਹੈਗਾ। ਤਾਂ ਬੈਟਰ ਜੇ ਤੁਹਾਨੂੰ ਐਵੀਡੈਂਸ ਚਾਹੀਦਾ ਹੈਗਾ ਚਾਈਨਾ ਦੇ ਖਿਲਾਫ, ਤਾਂ ਤੁਸੀਂ ਉਹ ਚੀਜ਼ ਫੜੋ, ਪੂਰੀ ਇਨਵੈਸਟੀਗੇਸ਼ਨ ਤੁਹਾਡੇ ਹੱਥ ਵਿੱਚ ਹੋਵੇ ਕਿ ਇਹ ਸਿਗਨਲ ਕਿੱਧਰ ਨੂੰ ਟਰਾਂਸਮਿਟ ਹੋ ਰਹੇ ਸੀ ਜਾਂ ਕੁਝ ਵੀ ਹੈਗਾ, ਜਾਂ ਇੰਟਰਸੈਪਟ ਕਰਨਾ ਹੈਗਾ ਕਿੱਦਾਂ ਕਰਨਾ, ਉਸ ਚੀਜ਼ ਨੂੰ ਰੋਕਣ ਵਾਸਤੇ ਤੁਸੀਂ ਕਿਹੜੀ ਟੈਕਨੋਲੋਜੀ ਲਗਾਉਣੀ ਹੈਗੀ ਆ। ਤਾਂ ਇਹ ਕਾਫੀ ਮੁੱਦੇ ਹੈਗੇ ਆ ਜਿਹੜੇ ਅੱਜ ਦੇ ਇਹ ਦੇਖੋ ਨਾ, ਜਦੋਂ ਚੀਨ ਨੇ ਪਹਿਲਾ ਜਿਹੜਾ ਗੁਬਾਰਾ, ਜਿੱਦਾਂ ਆਪਾਂ ਇੱਥੇ ਕੰਡੀਲ ਨਹੀਂ ਹੁੰਦੀ ਭਾਰਤ ਦੇ ਵਿੱਚ, ਆਪਾਂ ਕੰਡੀਲ ਕਹਿੰਦੇ ਜਿਹਨੂੰ, ਉਹ ਪੇਪਰ ਦੀ ਬਣੀ ਹੁੰਦੀ ਹੈ, ਉਹਦੇ ਵਿੱਚ ਅੱਗ ਬਾਲ ਕੇ ਆਪਾਂ ਉਹਨੂੰ ਉਡਾਉਂਦੇ ਆ, ਤੇ ਦੇਖੋ ਕਿੰਨੀ ਉਚਾਈ ਤੱਕ ਚਲੀ ਜਾਂਦੀ ਹੈ। ਹਾਂਜੀ ਹਾਂਜੀ। ਤੇ ਟੈਕਨੋਲੋਜੀ ਬੇਸਿਕਲੀ ਇਹ ਉਹੀ ਇਸਤੇਮਾਲ ਕੀਤੀ ਗਈ ਹੈ। ਉਹ 'ਚ ਹੀਲੀਅਮ ਗੈਸ ਹੁੰਦੀ ਹੈ, ਬਸ ਇੱਕ ਹੀ ਹੀਲੀਅਮ ਗੈਸ ਬੜੀ ਦੇਰ ਤੱਕ ਗੁਬਾਰੇ ਦੇ ਵਿੱਚ ਰਹਿ ਸਕਦੀ ਹੈ ਔਰ ਬੜੀ ਉਚਾਈ ਤੱਕ ਜਾ ਸਕਦੀ ਹੈ। ਹੁਣ ਤੁਸੀਂ ਜਿਹੜਾ ਕਿ ਉਸ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ, ਤੁਸੀਂ ਦੱਸਿਆ ਕਿ ਕੋਈ ਉਹਦੇ 'ਚ ਕੰਟਰੋਲ ਵੀ ਹੋ ਰਿਹਾ, ਪਲੱਸ ਉਹ ਦੇਖੋ এনवायरमेंट ਤੋਂ ਚਾਰਜ ਵੀ ਹੋ ਰਿਹਾ। ਉਹਦੇ ਅੰਦਰ ਸੋਲਰ ਪੈਨਲ ਲੱਗੇ ਹੋਏ ਆ, ਜਦੋਂ ਦਿਨ ਨੂੰ ਉੱਡਦਾ ਹੈਗਾ ਤਾਂ ਸੋਲਰ ਲਾਈਟ ਨਾਲ ਉਹ ਚਾਰਜ ਹੋ ਰਿਹਾ, ਰਾਤ ਨੂੰ ਟਰੈਵਲ ਕਰ ਰਿਹਾ, ਮੂਵ ਕਰ ਰਿਹਾ ਹੈਗਾ। ਉਹਦੇ ਅੰਦਰ ਆਟੋਮੈਟਿਕ ਮਤਲਬ ਜੋ ਆਪਾਂ ਕਹੀਏ ਕਿ ਰੋਬੋਟ ਟਾਈਪ ਟੈਕਨੋਲੋਜੀ ਉਹਨਾਂ ਨੇ ਐਡ ਕਰਤੀ ਹੈ। ਉਹਨੂੰ ਕਿਹੜੇ ਡਾਇਰੈਕਸ਼ਨ 'ਚ ਜਾਣਾ, ਉਹਦੇ ਅੰਦਰ ਆਲਰੇਡੀ ਇੱਕ ਡਾਟਾ ਫੀਡ ਕਰ ਦਿੱਤਾ ਜਾਂਦਾ ਕਿ ਤੂੰ ਆਹ ਲੋਕੇਸ਼ਨ ਤੋਂ ਇਧਰੋਂ ਨਾਰਥ ਜਾਣਾ, ਇਧਰੋਂ ਸਾਊਥ ਜਾਣਾ, ਇੰਨੇ ਡਿਸਟੈਂਸ ਹੈ ਜੋ ਟਰੈਵਲਿੰਗ ਕਰਨੀ ਹੈਗੀ ਹੈ। ਉਹ ਸਾਰੀ ਲੋਕੇਸ਼ਨ ਫੀਡ ਕੀਤੀ ਹੁੰਦੀ ਹੈ ਕਿ ਉਹ ਮੋਸਟਲੀ ਸਾਰੀ ਕੰਟਰੀ ਕਵਰ ਕਰ ਲੈ, ਜਿੱਥੇ ਤੱਕ ਜਾ ਸਕੇ। ਉਹਨਾਂ ਦਾ ਤਾਂ ਟਾਰਗੇਟ ਹੀ ਆ। ਜੇ ਕਿਤੇ ਫੜ ਗਿਆ ਤਾਂ ਵੀ ਕੋਈ ਗੱਲ ਨਹੀਂ, ਨਹੀਂ ਫੜਿਆ ਗਿਆ ਤਾਂ ਜਿੱਥੇ ਤੱਕ ਚਲੇ ਜਾਊਗਾ ਸਾਡੇ ਕੋਲ ਉਨੀ ਇਨਫੋਰਮੇਸ਼ਨ ਆ ਜਾਊਗੀ। ਤਾਂ ਇਹ ਇੱਕ ਤਰ੍ਹਾਂ ਦਾ ਬਹੁਤ ਹੀ ਖਤਰਨਾਕ ਹਥਿਆਰ ਹੈਗਾ ਜਿਹਨੂੰ ਹੁਣ ਚਾਈਨਾ ਬਹੁਤ ਹੀ ਹਾਈ। ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਸ ਤੋਂ ਪਹਿਲਾਂ ਜਿਹੜੇ ਟੌਪ ਜਿਹੜੀ ਇਹਨਾਂ ਦੇ ਕੰਟਰੀਜ਼ ਦੇ ਨਾਮ ਆਉਂਦੇ ਹੈਗੇ, ਉਹਦੇ 'ਚ ਰਸ਼ੀਆ ਦਾ ਨਾਮ ਵੀ ਆਉਂਦਾ ਹੈਗਾ। ਰਸ਼ੀਆ ਨੇ ਸਭ ਨਾਲ ਪਹਿਲਾਂ ਇਹ ਗੁਬਾਰਿਆਂ ਨਾਲ ਜਾਸੂਸੀ ਸ਼ੁਰੂ ਕੀਤੀ ਸੀ ਔਰ ਇਹ ਟੈਕਨੋਲੋਜੀ ਹੁਣ ਚਾਈਨਾ ਨੂੰ ਵੀ ਦਿੱਤੀ। ਚਾਈਨਾ ਨੇ ਇਸਤੇਮਾਲ ਕਰਨ ਦੇ ਬਾਅਦ ਉਹਨੂੰ ਲੱਗਿਆ ਕਿ ਇਹ ਟੈਕਨੋਲੋਜੀ ਬਹੁਤ ਵਧੀਆ ਹੈਗੀ ਹੈ, ਤਾਂ ਇਨ ਹਾਊਸ ਆਪਣੇ ਕੰਟਰੀ 'ਚ ਇਹ ਚੀਜ਼ਾਂ ਡਿਵੈਲਪ ਕਰਕੇ ਅੱਜ ਦੇਖੋ ਉਸ ਚੀਜ਼ ਨੂੰ ਯੂਜ਼ ਵੀ ਕਰ ਰਿਹਾ। ਤਾਂ ਉਹਦੀ ਇੰਨੀ ਹਿੰਮਤ ਹੋ ਗਈ ਕਿ ਅਮਰੀਕਾ ਤੱਕ ਉਹਨੂੰ ਆਪਣੇ ਗੁਬਾਰੇ ਭੇਜਦੇ ਹੈਗੇ ਆ। ਨਹੀਂ, ਬਿਲਕੁਲ ਇਸੇ ਗੱਲ ਨੂੰ ਲੈ ਕੇ ਜਦੋਂ ਜਿਹੜੇ ਐਕਸਪਰਟ ਕਹਿੰਦੇ ਆ, ਡਿਫੈਂਸ ਐਕਸਪਰਟ ਜਿਹੜੇ ਕਹਿੰਦੇ ਆ, ਹਿੰਦੁਸਤਾਨ ਨੂੰ ਜਿਹੜੇ ਦੱਸਦੇ ਆ, ਭਾਰਤ ਨੂੰ ਜਿਹੜੇ ਦੱਸਦੇ, ਉਹ ਕਹਿੰਦੇ ਕਿ ਮੰਨਿਆ ਕਿ ਚਾਈਨਾ ਮੌਸਮ ਦੀ ਜਾਣਕਾਰੀ ਵਾਸਤੇ ਗੁਬਾਰੇ ਉਡਾਉਂਦਾ, ਕਹਿੰਦਾ ਲੇਕਿਨ ਜੇ ਉਹਨੇ ਅਮਰੀਕਾ ਦੇ ਉੱਪਰ ਗੁਬਾਰਾ ਉਡਾਇਆ ਨਾ, ਤੇ ਇਹ ਬੜਾ ਗੰਭੀਰ ਵਿਸ਼ਾ ਹੈਗਾ ਕਿ ਅਮਰੀਕਾ ਦੇ ਉੱਪਰ ਕਿਉਂ ਉਹਨੇ ਉੱਥੇ ਤੱਕ ਉਹਨੂੰ ਕੀ ਲੋੜ ਪੈ ਗਈ, ਉੱਥੇ ਦੀ ਕਿਹੜੀ ਵੈਦਰ ਇਨਫੋਰਮੇਸ਼ਨ ਉਹਨੂੰ ਚਾਹੀਦੀ ਆ। ਉੱਥੇ ਨਾ ਉਹਨਾਂ ਦੀ ਟੀਮ ਨੇ ਜਾਣਾ, ਨਾ ਉਹਨਾਂ ਦੀ ਟੀਮ ਨੇ ਇੱਥੇ ਆਣਾ। ਤੇ ਇਹ ਆਪਣੇ ਆਪ ਹੀ ਸਵਾਲ ਆਪ ਹੀ ਚਾਈਨਾ ਫਸੇ ਹੋਇਆ। ਤਾਂ ਉਹ ਚਾਹੇ ਜੋ ਮਰਜ਼ੀ ਜਵਾਬ ਦੇਵੇ ਮੀਡੀਆ 'ਚ। ਦੇਖੋ ਅਮਰੀਕਾ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਚੀਨ ਨੂੰ ਐਕਸਪੋਜ਼ ਕਰਤਾ। ਉਹ ਜਿੰਨੇ ਵੀ 40 ਨੇਸ਼ਨਸ ਸੀਗੇ ਉਹਨਾਂ ਨੂੰ ਸਾਰੇ ਨੂੰ ਅਪਡੇਟ ਕੀਤਾ। ਉਹਦੇ ਅੰਦਰ ਜਿਹੜੇ ਟੌਪ ਦੇ ਕੰਟਰੀਜ਼ ਹੈਗੀ ਆ, ਉਹਦੇ ਵਿੱਚ ਇੰਡੀਆ ਆਉਂਦਾ ਹੈਗਾ, ਤਾਈਵਾਨ ਆਉਂਦਾ, ਫਿਲੀਪਾਈਨਸ ਆਉਂਦੀ ਹੈਗੀ ਆ, ਜਾਪਾਨ ਦੇ ਉੱਤੇ ਵੀ ਉਹਨ ਆਪਣੇ ਗੁਬਾਰੇ, ਕਿਉਂਕਿ ਜਾਪਾਨ ਦਾ ਚੀਨ ਦੇ ਨਾਲ ਕੋਈ ਵਧੀਆ ਰਿਲੇਸ਼ਨ ਨਹੀਂ ਹੈਗਾ, ਤਾਂ ਉਹ ਇੱਕ ਦੂਸਰੇ ਨਾਲ ਬਹੁਤ ਸੈਂਸਿਟਿਵ ਹੈਗੇ। ਤਾਂ ਉਹਨਾਂ ਦੀ ਵੀ ਹੁਣ ਜਾਸੂਸੀ ਕਾਫੀ ਕੀਤੀ। ਚਲੋ ਜਾਪਾਨ ਤੋਂ ਉੱਤੇ ਵੀ ਕਾਫੀ ਛੋਟਾ ਹੈਗਾ, ਬਟ ਸਟਿਲ ਉਹ ਟੈਕਨੋਲੋਜੀ ਵਾਈਜ਼ ਕਾਫੀ ਤਗੜੇ ਹੈਗੇ ਆ। ਤਾਂ ਉਹ ਉਹਨਾਂ ਦੀ ਵੀ ਇਨਫੋਰਮੇਸ਼ਨ ਕਾਫੀ ਕੁਝ ਸ਼ੇਅਰ ਕੀਤੀ ਹੈਗੀ ਆ। ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ ਚੀਨ ਦੇ ਵਾਸਤੇ ਕੋਈ ਵਧੀਆ ਨਹੀਂ ਹੈਗਾ। ਤਾਂ ਜਾਂ ਇਹਨਾਂ ਦੀ ਤੋੜ ਕੱਢਣ ਵਾਸਤੇ ਜ਼ਿਆਦਾ ਤੁਸੀਂ ਉਹ ਗੁਬਾਰੇ ਫੜਨੇ ਸ਼ੁਰੂ ਕਰ ਲਓ। ਜੋ ਵੀ ਆਬਜੈਕਟਸ ਹੈਗੇ, ਤੁਸੀਂ ਜਿੰਨਾ ਚਿਰ ਉਹ ਤੋਂ ਇਨਵੈਸਟੀਗੇਸ਼ਨ ਨਹੀਂ ਕਰਾਂਗੇ ਤਾਂ ਤੁਹਾਨੂੰ ਰਿਜ਼ਲਟ ਮਿਲਣਾ ਜਾਂ ਉਸ ਚੀਜ਼ ਨੂੰ ਬਲੌਕ ਕਿੱਦਾਂ ਕੀਤਾ ਜਾਏ, ਇਹ ਥੋੜੀ ਜਿਹੀ ਦਿੱਕਤ ਆ ਸਕਦੀ। ਜੇ ਤੁਸੀਂ ਆਬਜੈਕਟ ਹੀ ਡਿਸਟਰੋਏ ਕਰਤਾ ਤਾਂ ਸਾਨੂੰ ਕੀ ਪਤਾ ਚੱਲੇਗਾ ਕਿਹੜੀ ਟੈਕਨੋਲੋਜੀ ਯੂਜ਼ ਕਰ ਸੀ, ਉਹਨੂੰ ਆਪਾਂ ਕਿੱਦਾਂ ਬਲੌਕ ਕਰ ਸਕਦੇ ਹਾਂ। ਜੇ ਅਸੀਂ ਆਬਜੈਕਟ ਕਿਸੇ ਬੰਦੇ ਨੂੰ ਫੜਾਂਗੇ ਤਾਂ ਹੀ ਉਹਨੂੰ ਪੁੱਛਾਂਗੇ ਕਿ ਤੂੰ ਕੀ ਕੰਮ ਕਰ ਰਿਹਾ, ਕਿੱਥੇ ਭੇਜ ਰਿਹਾ। ਜੇ ਉਹ ਮਸ਼ੀਨ ਤੁਹਾਡੇ ਕੋਲ ਆ ਜਾਂਦੀ, ਤੁਸੀਂ ਉਹਨੂੰ ਚੈੱਕ ਕਰ ਸਕਦੇ ਆ ਇਕਵਿਪਮੈਂਟ ਕਿ ਇਦਾਂ ਦੀ ਟੈਕਨੋਲੋਜੀ ਉਹ ਯੂਜ਼ ਕਰ ਰਹੀ, ਇਹਨੂੰ ਆਪਾਂ ਕਿੱਦਾਂ ਬਲੌਕ ਕਰ ਸਕਦੇ ਹਾਂ। ਹਾਂਜੀ। ਤਾਂ ਇਸ ਕਰਕੇ ਮੇਰੇ ਖਿਆਲ ਤੋਂ ਇਹ ਚੀਜ਼ਾਂ ਇੰਡੀਅਨ ਗਵਰਨਮੈਂਟ ਨੂੰ ਵੀ ਇਸ ਚੀਜ਼ 'ਤੇ ਮੇਰੇ ਖਿਆਲ ਤੋਂ ਉਹਨਾਂ ਦੀ ਵੀ ਨਜ਼ਰ ਹੋਊਗੀ। ਤਾਂ ਸ਼ਾਇਦ ਇੰਡੀਆ ਗਵਰਨਮੈਂਟ ਇਦਾਂ ਦੇ ਐਕਸ਼ਨ ਨਾ ਲਵੇ ਜਿੱਦਾਂ ਦਾ ਅਮਰੀਕਾ ਨੇ ਲਏ ਹੈਗੇ ਆ। ਹਾਂ ਬਿਲਕੁਲ, ਦੇਖੋ ਕਿਉਂਕਿ ਜੇ ਆਫੀਸ਼ੀਅਲ ਕੋਈ ਬਿਆਨ ਨਹੀਂ ਆਇਆ ਤਾਂ ਜ਼ਾਹਿਰ ਹੈ ਕਿ ਕੋਈ ਐਕਸ਼ਨ ਤਾਂ ਲਿਆ ਨਹੀਂ ਜਾਣਾ ਹੋਣਾ ਹਿੰਦੁਸਤਾਨ ਵੱਲੋਂ। ਲੇਕਿਨ ਅੱਜ ਇਹ ਮੁੱਦਾ ਜਿਹੜਾ ਆਪਾਂ ਇਹ ਸ਼ਾਮਿਲ ਕੀਤਾ ਹੈ, ਇਸ ਅੱਜ ਦਾ ਮੁੱਦਾ ਦੇ ਵਿੱਚ ਇਹ ਜਿਹੜਾ ਵਿਸ਼ੇ ਸ਼ਾਮਿਲ ਕੀਤਾ, ਇਹ ਕਾਫੀ ਇੰਪੋਰਟੈਂਟ ਔਰ ਗੰਭੀਰ ਵਿਸ਼ੇ ਆ। ਔਰ ਇਸ ਨੂੰ ਲੈ ਕੇ ਜਿਹੜੇ ਡਿਫੈਂਸ ਐਕਸਪਰਟ ਹੈ ਉਹ ਵੀ ਕਾਫੀ ਕੁਝ ਸਲਾਹ ਜਿਹੜੀ ਹੈ ਉਹ ਭਾਰਤ ਦੇ ਡਿਫੈਂਸ ਸਿਸਟਮ ਨੂੰ ਦਿੰਦੇ ਆ। ਅਤੇ ਉਹਦੇ 'ਤੇ ਕੀ ਐਕਸ਼ਨ ਹੋਊਗਾ, ਇਹ ਤਾਂ ਇੱਕ ਚਰਚਾ ਦਾ ਵਿਸ਼ੇ ਹੈ। ਔਰ ਇਹ ਫੈਸਲਾ ਜਿਹੜਾ ਆ ਉਹ ਬਹੁਤ ਵੱਡੇ ਪੱਧਰ 'ਤੇ
ਲੈਣ ਦੀ ਗੱਲ ਹੈ। ਤੇ ਅਗਲੇ ਫਿਰ ਕਿਸੇ ਮੁੱਦੇ ਨੂੰ ਅਸੀਂ ਕਿਸੇ ਵਿਸ਼ੇ ਨੂੰ ਅੱਜ ਦਾ ਮੁੱਦਾ 'ਚ ਸ਼ਾਮਲ ਕਰਕੇ ਫਿਰ ਹਾਜ਼ਰ ਹੋਵਾਂਗੇ। ਤੇ ਅੱਜ ਦਾ ਮੁੱਦਾ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਇਜਾਜ਼ਤ ਦਿਓ। ਧੰਨਵਾਦ।